does not take serious action against the SSP and change him from there, ਇਹ ਸਾਫ਼ ਸਮਝ ਆ ਜਾਊਗਾ ਕਿ ਕੈਪਟਨ ਅਮਰਿੰਦਰ ਸਿੰਘ ਜੀ ਪੰਨੂ ਨੂੰ ਜਿਹੜਾ 2020 ਵਾਲਾ ਉਹ ਤਾਂ ਉਹਨੂੰ ਬੜੀ ਗਾਲਾਂ ਕੱਢਦੇ ਆ, ਮਗਰ ਇਹ ਕਮਾਲ ਦੀ ਗੱਲ ਹੈ ਕਿ ਜਦੋਂ ਉਹਨੇ ਕੋਈ ਝੰਡਾ ਲਹਿਰਾਉਣਾ ਤੇ ਚੋਣ ਉਸ SSP ਦੀ ਜਗ੍ਹਾ ਦੀ ਹੁੰਦੀ ਹੈ ਜਿਹੜਾ ਕਾਂਗਰਸ ਦਾ ਚੇਤਿਆ ਮੰਨਿਆ ਜਾਂਦਾ, ਮੋਰ ਕਾਂਗਰਸਮੈਨ ਮੰਨਿਆ ਜਾਂਦਾ ਤੇ ਘੱਟ ਇੱਕ ਪੁਲਿਸ ਅਫਸਰ ਮੰਨਿਆ ਜਾਂਦਾ। ਦੂਜੀ ਗੱਲ ਕਿਹੜੀ ਗੱਲ ਕਰਕੇ ਮੈਂ ਅੱਜ ਆਇਆ, ਅੱਜ ਕੈਪਟਨ ਅਮਰਿੰਦਰ ਸਿੰਘ ਜੀ ਨੇ SSP ਦੇ ਡਿਫੈਂਸ 'ਚ ਆ ਕੇ ਕਿਹਾ ਕੈਪਟਨ ਡਿਫੈਂਸ ਦੀ SSP ਇਨਡਿਫੈਂਸਿਬਲ ਨੂੰ ਡਿਫੈਂਸ ਕਰਨਾ ਸ਼ੁਰੂ ਕਰਤਾ। ਪਹਿਲਾਂ ਤਾਂ ਸ਼ੱਕ ਹੀ ਸੀ ਕਿ ਇਹ DGP ਸਾਹਿਬ ਦਿਨਕਰ ਗੁਪਤਾ ਜੀ ਸ਼ਾਇਦ ਆਪ SSP ਲਾਉਂਦੇ ਸੀ, ਅਫਸਰ ਲਾਉਂਦੇ ਸੀ। ਹੁਣ ਤਾਂ ਸਪਸ਼ਟ ਹੀ ਹੋ ਗਿਆ ਕਿ ਸਿਆਸੀ ਸਰਪ੍ਰਸਤੀ ਤੇ SSP ਲੱਗਦਾ, ਵੈਸੇ ਨਹੀਂ ਲੱਗ ਸਕਦਾ। ਔਰ ਮੈਨੂੰ ਹੈਰਾਨਗੀ ਦੀ ਗੱਲ ਹੋ ਰਹੀ ਹੈ ਕਿ ਕੈਪਟਨ ਸਾਹਿਬ ਤੁਸੀਂ ਐਡਾ ਵੱਡਾ ਪ੍ਰੈਸ ਨੋਟ ਕੱਢਤਾ ਤੇ ਉਹਦੇ 'ਚ ਲਿਖਤਾ ਕਿ ਜੀ ਜਿਹੜਾ SSP ਹੈ ਉਹ ਐਡਾ ਕਾਬਿਲ ਹੈ, ਮੈਨੂੰ ਤੁਹਾਡੇ ਤੁਸੀਂ SSP ਲਾਓ, ਉਹਨੂੰ DGP ਲਾ ਦਿਓ ਮੇਰੇ ਵੱਲੋਂ, ਮਗਰ ਤੁਹਾਡੀ ਕਾਬਲੀਅਤ ਤੁਹਾਡੇ ਕਾਰਗੁਜ਼ਾਰੀ ਇੱਕ ਤਰੀਕੇ ਦੀ ਸਪਸ਼ਟ ਹੁੰਦੀ ਹੈ। ਉਹਦੇ 'ਚ ਲਿਖਿਆ ਹੈ ਕਿ ਉਹ ਮੇਰੀ CM ਸਿਕਿਉਰਿਟੀ ਤੇ ਵੀ ਤੈਨਾਤ ਸੀ ਔਰ ਫਿਰ ਲੱਖਾਂ ਲੀਟਰ ਦੀ ਉਹਨੇ ਰਿਕਵਰੀ ਕੀਤੀ। ਮਤਲਬ ਕੈਪਟਨ ਸਾਹਿਬ ਤੁਹਾਡਾ ਕੋਟ ਐਂਡ ਕੋਟ ਧੰਨਵਾਦ ਕਿ ਤੁਸੀਂ ਆਪ ਹੀ ਮੰਨ ਗਏ ਕਿ ਜਿੱਥੋਂ ਪੈਸੇ ਆਉਂਦੇ ਸੀ ਉਹਦੀ ਰਿਕਵਰੀ ਤਾਂ ਕੀਤੀ ਨਹੀਂ, ਜਿੱਥੋਂ ਨਹੀਂ ਆਉਂਦੇ ਸੀ ਉਹ ਰਿਕਵਰੀ ਕਰਤੀ, ਆਪ ਹੀ ਮੰਨ ਗਏ। ਇੱਕ ਪਾਸੇ ਤਾਂ ਉਹਦੀ ਕਾਬਲੀਅਤ ਦੱਸ ਰਹੇ ਹੋ ਕਿ ਕਿੱਡਾ ਕਾਬਲ ਹੈ, ਫਿਰ ਜੇ ਉਹ ਐਡਾ ਕਾਬਲ ਸੀ ਤੇ ਉਹਨੂੰ ਜਦੋਂ WhatsApp ਮੈਸੇਜ ਜਾਂਦੇ ਸੀ, ਮੈਂ ਕੈਪਟਨ ਸਾਹਿਬ ਨੇ ਕਿਹਾ ਨਾ ਕਿ ਕੋਈ WhatsApp ਮੈਸੇਜ ਨਹੀਂ ਆਇਆ, ਮੈਂ ਤੁਹਾਨੂੰ ਹੀ ਦੇ ਰਿਹਾ ਜਿਹੜਾ ਕੇਸ ਦਰਜ ਹੋਇਆ ਇੱਕ ਸੁੱਖਾ ਮਹਿਮੂਦਪੁਰੇ ਦਾ, ਅੱਜ ਜਿੱਥੇ ਬਲਟੋਆ ਸਾਹਿਬ ਨੇ ਜਾ ਕੇ ਧਰਨਾ ਵੀ ਦਿੱਤਾ ਹੈ, ਬੰਦਾ ਉਹ ਖੜਾ, ਇਹ ਸੁਖਪਾਲ ਭੁੱਲਰ ਦਾ ਜਿਹੜਾ ਗੋਲ ਕੀਤਾ ਉਹਨਾਂ ਦੇ ਪਿੰਡ ਦਾ ਬੰਦਾ, ਬਲਾਕ ਸੰਮਤੀ ਇਹ ਲੜਦਾ, ਇਹਦਾ ਪਰਿਵਾਰ। ਉਹਦੀ ਜਦੋਂ ਸ਼ਰਾਬ ਦੀ ਜਿਹੜੀ ਉਹ ਟੂਟੀ ਖੋਲਦੇ ਆ ਨਾ ਪਾਣੀ ਦੀ, ਉਹ ਚੋਂ ਸ਼ਰਾਬ ਨਿਕਲਦੀ ਹੈ, ਪਾਣੀ ਨਹੀਂ ਨਿਕਲਦਾ। ਔਰ 14 ਜੂਨ ਨੂੰ ਔਰ ਮੁੜ ਕੇ 16 ਜੂਨ ਨੂੰ ਉਹਨੂੰ ਦੁਬਾਰ ਤੋਂ WhatsApp ਮੈਸੇਜ ਭੇਜੇ ਗਿਆ, ਨੰਬਰ ਹੈ ਜੀ ਤੁਹਾਡੇ SSP ਦਾ ਜਿਹੜਾ ਕਾਬਿਲ SSP ਜਿਹਨੂੰ ਤੁਸੀਂ ਕਹਿੰਦੇ ਹੋ, ਉਹਦੇ ਜੇ ਉਸ ਵੇਲੇ ਸਹੀ ਐਕਸ਼ਨ ਕੀਤੇ ਹੁੰਦੇ ਤੇ ਅੱਜ ਇਹ ਹਾਲਾਤ ਨਾ ਬੰਦੇ। ਔਰ ਮੈਂ ਪੁੱਛਣਾ ਚਾਹੁੰਦਾ, ਸ਼ਾਇਦ ਤੁਸੀਂ ਭੁੱਲ ਗਏ, ਬੜੇ ਤੁਹਾਡੇ ਨਿਊਜ਼ ਚੈਨਲਾਂ ਨੇ ਖਬਰ ਚਲਾਈ ਸੀ, ਇੱਕ ਯੰਗ ਅਫਸਰ ਪੱਟੀ ਦਾ SHO ਲੱਗਿਆ ਸੀ ਔਰ ਉਸ SHO ਨੂੰ ਹਰਮਿੰਦਰ ਗਿੱਲ ਨੇ ਸਿਰਫ ਇਸ ਲਈ ਗਾਲਾਂ ਕੱਢੀਆਂ ਸੀ, ਮਤਲਬ ਮਿਸਬਿਹੇਵ ਕੀਤਾ ਸੀ ਕਿ ਤੈਨੂੰ ਪਤਾ ਨਹੀਂ MLA ਕੀ ਹੁੰਦਾ, ਤੈਨੂੰ MLA ਨੂੰ ਤੂੰ ਬੁੱਧੂ ਸਮਝਦਾ। ਚਲੋ MLA ਉਹ ਬੁੱਧੂ ਆ, ਸਿਆਣਾ, ਇਸ ਗੱਲ ਤੋਂ ਹੀ ਪਤਾ ਲੱਗ ਗਿਆ ਜਦੋਂ MLA ਨੂੰ ਦੱਸਣਾ ਪੈ ਜੇ ਕਿ ਉਹ ਕਿੱਡਾ ਸਿਆਣਾ। ਮਗਰ ਉਸ ਵੇਲੇ ਵੀ ਇਹ ਧਰੁਵ ਧਈਆ ਉਸ SHO ਦੇ ਹੱਕ 'ਚ ਨਹੀਂ ਖਲੋਤਾ ਜਿਹਨੇ ਪਤਾ ਨਹੀਂ ਕਿਹੜੀ ਸਤਿ ਸ੍ਰੀ ਅਕਾਲ ਬੁਲਾਉਣੀ ਸੀ, ਅਫਸਰ ਨੇ ਜਾ ਕੇ ਕਿਹੜੀ ਸਤਿ ਸ੍ਰੀ ਅਕਾਲ ਬੁਲਾਉਣੀ ਹੈ। ਉਸ ਵੇਲੇ ਵੀ ਇਹ ਕਾਂਗਰਸ ਦੇ ਇਸ਼ਾਰਿਆਂ ਤੇ ਉਸ SHO ਨੂੰ ਬਦਲਤਾ, ਯੰਗ ਆਫਿਸਰ। ਜਦ SHO ਨੂੰ ਬਦਲ ਕੌਣ ਰਿਹਾ, SSP ਦੇ ਇਸ਼ਾਰੇ ਤੇ SHO ਲੱਗ ਰਿਹਾ। SHO ਤੇ DSP ਤੁਸੀਂ ਸਸਪੈਂਡ ਕਰਤੇ। ਜਿਸ ਕਪਤਾਨ ਦੇ ਹੱਥ 'ਚ ਤੁਸੀਂ ਗੱਡੀ ਦਿੱਤੀ ਹੈ ਉਸ ਕਪਤਾਨ ਦੇ ਜ਼ਿਲ੍ਹੇ 'ਚ 100 ਬੰਦਾ ਮਰ ਜੇ, ਇਸ ਦੀ SSP ਰਿਸਪੌਂਸਿਬਲ ਔਰ ਨਾਟ ਰਿਸਪੌਂਸਿਬਲ? ਫਿਰ ਕਹਿੰਦੇ ਜੀ ਕਿ ਉਹਦੇ ਖਿਲਾਫ ਕੋਈ ਪ੍ਰੂਫ ਦਿਓ। ਤੁਹਾਨੂੰ ਯਾਦ ਹੋਊਗਾ ਇਹ ਜਿਹੜਾ ਕਾਬਿਲ SSP ਜਿਹਦੇ ਮਗਰ ਆ ਕੇ ਅੱਜ ਖਲੋਤੇ ਆ ਇਲੈਕਸ਼ਨ ਕਮਿਸ਼ਨ ਦੀ ਖਬਰ ਹੈ, ਮਾਰਚ 2019 ਚ ਇਲੈਕਸ਼ਨ ਕਮਿਸ਼ਨ ਨੇ ਉਹਨੂੰ ਬਦਲਤਾ, ਇੰਡੀਪੈਂਡੈਂਟ ਬਾਡੀ ਨੇ ਬਦਲਤਾ। ਕਿਉਂ ਬਦਲਤਾ? ਕਿਉਂਕਿ ਇਹਨੇ ਦਿਨ ਦਿਹਾੜੇ ਡਕੈਤੀ ਤੇ ਆਪ ਕਰਵਾਈ ਸੀ। ਔਰ ਕਰਵਾਈ ਕਿਵੇਂ? ਦੇਖੋ ਮੋਨਿਕਾ ਗੋਇਲ ਜੀ ਦੀ ਕੋਰਟ 'ਚ ਮੈਂ 2 ਕੱਢ ਕੇ ਲਿਆਇਆ ਕਾਗਜ਼, ਇਹ ਦੋਵੇਂ ਉਹਨਾਂ ਦੇ ਕੋਰਟ ਦੇ ਕਾਗਜ਼ ਆ। ਇਹਦੇ 'ਚ ਰਿਪੋਰਟ ਪਲੀਜ਼ ਪੜ੍ਹ ਲਿਓ, ਤੁਹਾਨੂੰ ਮੈਂ ਭੇਜ ਵੀ ਦਊਂਗਾ। ਇਹਦੇ 'ਚ ਜਦੋਂ ਇਲੈਕਸ਼ਨ ਕੋਡ ਚੱਲਦਾ ਸੀ ਇਹਨਾਂ ਨੇ ਇੱਕ ਰੇਡ ਕੀਤਾ ਔਰ ਰੇਡ ਕਰਕੇ ਇਹ ਉਹਨਾਂ ਦੀ ਪ੍ਰੈਸ ਕਾਨਫਰੰਸ ਹੈ। ਮੈਂ ਤੁਹਾਨੂੰ ਇੱਕ ਡੇਟ ਚੀਜ਼ ਦਿਖਾ ਰਿਹਾ। ਕੈਪਟਨ ਸਾਹਿਬ ਨੂੰ ਪਤਾ ਨਹੀਂ ਹੁਣ ਕਿਹੜੇ ਪ੍ਰੂਫ ਦੀ ਲੋੜ ਰਹਿ ਗਈ ਇਹ ਤੋਂ ਬਾਅਦ।
ਇਹਦੇ ਚ ਲਿਖਿਆ ਖੰਨਾ ਪੁਲਿਸ ਰਿਕਵਰਸ 9.66 ਕਰੋੜ ਹਵਾਲਾ ਮਨੀ, ਇਹ ਲਿਖਿਆ ਇਨਵਰਟਡ ਕਾਮਾ ਹਵਾਲਾ ਮਨੀ from church priest and 5 others। और शो कितों कीता कि दुराहे तो कीता। और जबकि असलियत ये जिहड़ा मोनिका गोयल जी ऑनरेबल कोर्ट ऑफ मोनिका गोयल ने सब स्पेशल जज SAS नगर मोहाली उत्थे जाके जिहड़ी एक SIT बनी जिहदे च सिन्हा साहब ओहदे हैड सी, उन्होंने जाके कहता कि कोई रिकवरी दुराहे तो नहीं हुई, ये रेड किया गया, इलीगल रेड विदाउट इनफॉर्मिंग जलंधर रेड होया, सिविल ड्रेस च लोग गए, लोकां दे इत्थे कन्ना दे नेड़े AK-47 रखी, लोकां नूं फड़ के बैंक वालियां दे सामने लोकां नूं फड़ के अपना जलंधर तो वो फादर एंथनी ते उहदे साथियां नूं सीधे रस्ते नहीं, नॉट वायर लुधियाना खन्ना, ये वाया सबराला माछीवाड़ा इत्थों हुंदे होए जिहड़े लिंक रोडां तो लैके आए CIA 16 करोड़ रुपया लैके आए, 9 करोड़ 66 लाख दिखाया, बाकी पैसे खुर्त-बुर्त हो गए। फिर वेखो ड्रामा की कीता कि जिहड़ी ये SIT बनी सी उस SIT ने कोर्ट 'च गल कही कि देयर इज वीडियोग्राफिक एविडेंस, कॉल लोकेशन एविडेंस एंड फोटोग्राफिक एविडेंस कि जेड़ी गल SSP ध्रुव धईया क्लेम कर रहा कि मैं दुराहे दे नाके चों किसी नूं फड़िया, दुराहे दे नाके चों किसी नूं नहीं फड़िया सी, इन्हां नूं इलीगल तरीके नाल रेड करके विदाउट इनफॉर्मिंग जलंधर पुलिस इलीगल कस्टडी च रख के इन्हां लोकां नूं आए। और जे उत्थे कोई अगला रिएक्ट कर जांदा थिंकिंग कि उहदे घर च रॉबरी हो रही है, कोई बंदा मर जाता उहदे लई जिम्मेवार कौन सी। और वड्डी गल तुसीं वेखो कि जेड़े 2 अफसर, एक ASI राजप्रीत और एक ASI जोगिंदर सिंह, जिन्हां तो वो 6.5 करोड़ तो 4.5 करोड़ रिकवर हो गया, 1.5-2 करोड़ हाले तक रिकवर नहीं होया, जिहदी पिठ कैप्टन साहब तुसीं थप-थपा रहे हो, उहदे तो हले भी 1.5 करोड़ लैण वाला, और वो 1.5 करोड़ की रिकवरी करा नहीं रही, जिहड़ा दिन दिहाड़े डाके मार रहा ओहदी मदद च आ रहे हो। उन्हें 21 तरीक नूं मैं चिट्ठी दे नंबर दे रहा, 21/3/2019 नूं SSP खन्ने ने चिट्ठी लिखी DGP साहब नूं कि मैनू राजप्रीत ते जोगिंदर ASI दिते जाण। 27/3/2019 नूं ये भी कोर्ट च दिता होया, मन्निया है पंजाब पुलिस ने कि वाकई 27/3/2019 नूं DGP दे ऑफिस ऑर्डर नंबर 5007-92/E-2 ब्रैकेट च 8 दे ऑर्डर अधीन ये राजप्रीत ते जोगिंदर नूं मैं पटियाले तो बदल के खन्ने लाउना, और खन्ने लांदे सार 29 नूं इन्हां ने रेड करता, और मुड़ के उन्हां दी जमानत उन्हां ने लाई। उन्हां दी मदद इस हद तक की गई कि कोर्ट नूं यह दस्सिया गया कि दोवें खन्ने लगे ही नहीं, मगर जब सारा मामला उन्हां दी जमानत तो बाद सब जज मोनिका गोयल जी कोल गया, उत्थे IG दी SIT नूं मनना पिया कि इन्हां दी बदली पटियाले तो खन्ने हुई सी, और उस रेड च जिस रेड नूं ध्रुव धईया ने इलीगल रेड नूं लीगल बनाउण दी कोशिश की, सही बनाउण दी कोशिश की, और गल्लां डिनाई करन दी कोशिश की, उहदा पर्दाफाश किसी होर ने नहीं, पंजाब पुलिस की SIT ने किया। और मैनू हैरानगी हुंदी है। और अखीर च फिर ध्रुव धईये ने एक होर इलीगल काम किया, इनकम टैक्स नूं कहंदा कि मैं हुण हवाला पैसे कहते हैं, ये प्रेस कॉन्फ्रेंस भी हुई है, सारा कुछ ऑन इलैक्ट्रॉनिक च है, उन्होंने कहना तू कह दे कि हवाला मनी है। इनकम टैक्स ऑफिशियल ने इनकार करता है चिट्ठी देने तो। अखीर च साउथ इंडिया बैंक जिहड़ा बैंक है, फादर एंथनी जिहड़े किताबां दी सारी गल चली है, बैंक वालियां ने कहा कि असी उस मौके ते उत्थे बैठे सी, पैसे गिन रहे सी, जदों पुलिस आके सानू चक के लै गई। मैं SSP साहब DGP साहब नूं ते कैप्टन अमरिंदर सिंह जी नूं पुछना चाहुंदा कि थोड़ी एडी मजबूरी की है
ਜਿਸ ਬੰਦੇ ਨੇ ਦਿਨ ਦਿਹਾੜੇ ਡਕੈਤੀ ਕੀਤੀ ਹੋਵੇ, ਡੇ ਲਾਈਟ ਰੋਬਰੀ ਦਾ ਜਿਹੜਾ ਹਿੱਸਾ ਹੋਵੇ, ਉਹਨੂੰ ਤੁਸੀਂ ਸਸਪੈਂਡ ਕਰਨ ਦੀ ਜਗ੍ਹਾ, ਪੈਸੇ ਰਿਕਵਰ ਕਰਨ ਦੀ ਜਗ੍ਹਾ, ਜਿਸ ਐਸਆਈਟੀ ਨੇ ਉਹਨੂੰ ਇੱਕ ਤਰੀਕੇ ਦਾ ਜਿਹਨੂੰ 120 ਚ ਤੁਹਾਨੂੰ ਅੰਦਰ ਦੇਣਾ ਚਾਹੀਦਾ ਸੀ, ਕਿਉਂਕਿ ਅੱਜ ਤੱਕ ਪੈਸੇ ਨਹੀਂ ਲੱਭੇ, ਏਐਸਆਈ ਤਾਂ ਵਿਚਾਰੇ ਰਗੜਤੇ ਤੇ ਇਹਨੂੰ ਹਾਲੇ ਤੱਕ ਕੁਝ ਨਹੀਂ ਕਿਹਾ, ਉਹਨੂੰ ਚੱਕ ਕੇ ਤੁਸੀਂ ਲਾਤਾ ਤਰਨਤਾਰਨ। ਹੁਣ ਤਰਨਤਾਰਨ ਵੀ ਐਸਐਚਓ ਸਸਪੈਂਡ ਕਰਤਾ, ਡੀਐਸਪੀ ਸਸਪੈਂਡ ਕਰਤਾ ਤੇ ਜਿਹੜਾ ਜ਼ਿਲ੍ਹੇ ਦਾ ਕਪਤਾਨ ਸੀ ਜਿਹਦੇ ਹੱਥ 'ਚ ਗੱਡੀ ਸੀ ਉਹਨੂੰ ਤੁਸੀਂ ਚੱਕ ਕੇ ਇੱਕ ਉਤੋਂ ਵੱਡਾ ਜ਼ਿਲ੍ਹਾ ਦੇਤਾ। ਕਿਹੜਾ ਕ੍ਰਾਈਟੇਰੀਆ ਫੋਲੋ ਕਰ ਰਹੇ ਹੋ ਫॉर ਟ੍ਰਾਂਸਫਰਸ? ਜਸਟ ਬਿਕੋਜ਼ ਕੋਈ ਤੁਹਾਡਾ ਧਿਆਨ ਰੱਖ ਰਿਹਾ, ਦੈਟਸ ਵਾਈ। ਕਿਸ ਤਰੀਕੇ ਦਾ ਧਿਆਨ ਰੱਖ ਰਿਹਾ ਤਾਂ ਤੁਸੀਂ ਦੱਸੋ। ਕੋਈ ਪੈਸੇ ਦਾ ਲੈਣ ਦੇਣ ਹੈ ਜਾਂ ਕੋਈ ਕਿਹੜੀ ਇਹ ਜੀ ਕਮਿਟਮੈਂਟ ਹੈ ਜਿਹਦੇ ਕਰਕੇ ਤੁਹਾਡੀ ਮਜਬੂਰੀ ਹੋ ਗਈ ਅੱਜ ਮਨਦੀਪ ਸਿੱਧੂ ਵਰਗੇ ਐਸਐਸਪੀ ਅਫਸਰ ਜਾਂ ਸਵਪਨ ਸ਼ਰਮਾ ਜਾਂ ਐਲੈਂਚੀਅਨ ਵਰਗੇ ਜਿਨ੍ਹਾਂ ਨੇ ਆਪਦੇ ਜ਼ਿਲ੍ਹੇ 'ਚ ਵਧੀਆ ਕੰਮ ਕੀਤਾ ਸੀ, ਜੇ ਇਹ ਮਨਦੀਪ ਸਿੱਧੂ ਨੂੰ ਪਟਿਆਲੇ ਤੋਂ ਨਾ ਬਦਲਦੇ ਤੇ ਉਹਨੇ ਜਲਾਲਪੁਰਾ ਤੇ ਫੜ ਕੇ ਕੰਬੋਜ ਨੂੰ ਅੰਦਰ ਦੇ ਦੇਣਾ, ਕਿਉਂਕਿ ਉਹ ਅੰਦਰ ਦੇਣ ਲੱਗਿਆ ਸੀ। ਉਹਨੂੰ ਚੱਕ ਕੇ ਬਦਲਤਾ ਉਹ ਸ਼ਰਾਬ ਵਾਲੇ ਕੇਸ 'ਚ। ਜਦ ਪੁਲਿਸ ਵਾਲਿਆਂ ਤੇ ਇਸ ਤਰੀਕੇ ਦਾ ਦਬਾਅ ਪਊਗਾ, ਉਹੋ ਜਿਹੇ ਪੁਲਿਸ ਵਾਲੇ ਲੱਗਣਗੇ, ਫਿਰ ਅੱਜ ਜਿਹੜਾ ਨਿਰਾਦਰ ਹੋਇਆ ਝੰਡੇ ਦਾ, ਸਾਡੇ ਦੇਸ਼ ਦੇ ਤਿਰੰਗੇ ਦਾ, ਉਸ ਤਰੀਕੇ ਦਾ ਨਿਰਾਦਰ ਹੋਊ। ਜਾਂ ਜੋ ਅੱਜ ਇਹ ਜਿਸ ਤਰੀਕੇ ਦੇ ਐਸਐਸਪੀ ਦੇ ਹੱਕ 'ਚ ਕਹਿੰਦਾ ਜੀ ਲੱਖਾਂ ਲੀਟਰ ਰਿਕਵਰ ਕਰਤਾ, ਹਾਓ ਇਹ 100 ਡੈਥਾਂ ਕਿਵੇਂ ਹੋ ਗਈਆਂ? ਵਾਜ ਹੀ ਸਲੀਪਿੰਗ? ਔਰ ਫਿਰ ਡੀਜੀਪੀ ਸਾਹਿਬ ਕਹਿੰਦੇ ਆ ਕਿ ਮੈਂ ਹਰ ਪਿੰਡ 'ਚ ਇਹਨਾਂ ਦੀ ਇੱਕ ਫਰਵਰੀ ਦੀ ਇੱਕ ਪ੍ਰੈਸ ਨੋਟ ਨਿਕਲਿਆ ਕਿ ਅਸੀਂ ਹਰ ਪਿੰਡ 'ਚ ਇੱਕ ਇੰਸਪੈਕਟਰ, ਇੱਕ ਕਾਂਸਟੇਬਲ, ਇੱਕ ਹੈਡ ਕਾਂਸਟੇਬਲ ਡੈਜ਼ਿਗਨੇਟ ਕਰਤਾ। ਵੇਅਰ वर योर ਪੁਲਿਸਮੈਨ? ਵਾਜ ਦੇ ਸਲੀਪਿੰਗ ਕਿ ਮਿਲੀ ਭੁਗ ਸੀ ਕਿ ਉਹਨਾਂ ਨੂੰ ਕਹਿਤਾ ਕਿ ਅਸੀਂ ਚੁੱਪ ਰਹੇ ਹੋ? ਹਰ ਪਿੰਡ 'ਚ ਇੱਕ ਜੀਓਜੀ ਲਾਇਆ, ਗਾਰਡੀਅਨ ਆਫ ਗਵਰਨੈਂਸ, ਐਕਸ ਫੌਜੀ। ਮੈਂ ਸਤਿਕਾਰ ਕਰਦਾ ਐਕਸ ਫੌਜੀਆਂ ਦਾ, ਮਗਰ ਕੀ ਚੱਕਰ ਹੈ ਉਹਨਾਂ ਦੀ ਗੱਲ ਸੁਣੀ ਨਹੀਂ ਗਈ ਕਿ ਚੁੱਪ ਕਰ ਗਏ ਸੀ। ਕਿ ਐਸਐਸਪੀ ਨਾਲ ਇੰਨਾ ਮੋਹ ਹੈ ਕਿ ਮੈਨੂੰ ਹੈਰਾਨਗੀ ਹੋਈ ਹੈ ਪੜ੍ਹ ਕੇ ਇੱਕ ਸਫੇ ਦਾ ਪ੍ਰੈਸ ਨੋਟ, ਇੰਨੇ ਲੱਖ ਲੀਟਰ ਇਹਨੇ ਰਿਕਵਰ ਕਰਤੇ। ਜੇ ਰਿਕਵਰ ਕਰਤੇ ਹੁੰਦੇ ਤੇ ਹਾਲਾਤ ਨਾ ਬਣਦੇ। ਜਿਹੜੇ WhatsApp ਮੈਸੇਜ ਉਹਨੂੰ ਭੇਜੇ ਗਏ ਹੁੰਦੇ, ਜੂਨ 'ਚ ਭੇਜੇ ਗਏ ਸਨ, ਜੇ ਉਹ ਤੇ ਅਮਲ ਕਰਤਾ ਹੁੰਦਾ ਤੇ ਅੱਜ 100 ਬੰਦਾ ਨਹੀਂ ਮਰਦਾ। ਹਾਊ ਇਜ਼ ਦ ਪੁਲਿਸ ਕੈਪਟਨ or SSP, if his SHO is responsible, DSP is responsible, how is the SSP not responsible? And it's shameful कि तुसी ओहो जे दी डिफेंस च आ रहे हो। This shows कि जो कैबिनेट च रौला पिया सी, चीफ सैकटरी ने जो रौला पाया सी, तुसी जस्ट बिकॉज तुसी किसे नू चेयरमैन रेगुलेटरी अथॉरिटी ला दियो, किसे नू SSP ला दियो, this cannot be a way of covering up for your wrong acts. एंड इनडिफेंसिबल ਨੂੰ ਤੁਸੀਂ ਡਿਫੈਂਡ ਨਹੀਂ ਕਰ ਸਕਦੇ। ਕੋਰਟਾਂ ਤੇ ਜਾ ਕੇ ਪੜ੍ਹ ਲਓ ਤੁਹਾਡੀ ਐਸਆਈਟੀ ਕੋਰਟਾਂ 'ਚ ਕੀ ਲਿਖ ਕੇ ਦੇ ਰਹੀ ਹੈ। ਇਸ ਲਈ ਆ ਚਾਹੇ ਉਹ ਪਹਿਲਾਂ ਜਿੰਨੀਆਂ ਟ੍ਰੈਜਡੀਜ਼ ਹੋਈਆਂ ਨੇ, ਕੀ ਉਹਦਾ ਰਿਜ਼ਲਟ ਨਿਕਲਿਆ? ਦੁਸ਼ਹਿਰੇ ਦਾ ਕੌਣ ਜ਼ਿੰਮੇਵਾਰ? ਅੱਜ ਤੱਕ 70 ਲੋਕ ਮਰੇ, ਜ਼ੀਰੋ ਰਿਜ਼ਲਟ। ਬਟਾਲੇ ਦਾ ਬਲਾਸਟ ਹੋਇਆ, ਕੀ ਐਸਆਈਟੀ ਦਾ ਰਿਜ਼ਲਟ? ਜ਼ੀਰੋ ਰਿਜ਼ਲਟ। ਉਹੀ ਕੁਛ ਅੱਜ ਵੀ। ਔਰ ਇਹ ਦਈਏ ਦੀ ਐਸਆਈਟੀ ਬਣੀ, ਜਿਸ ਕੰਮ 'ਚ ਉਹਨੂੰ 120 ਚ ਅੰਦਰ ਦੇਣਾ ਚਾਹੀਦਾ ਸੀ, ਉਹਨੂੰ ਚੱਕ ਕੇ ਐਸਐਸਪੀ ਲਾਤਾ। ਫਿਰ ਇਹੀ ਕੁਝ ਹੁੰਦਾ ਜੋ ਅੱਜ ਮੋਗੇ 'ਚ ਹੋਇਆ ਜਾਂ ਕੱਲ ਤਰਨਤਾਰਨ 'ਚ ਹੋਇਆ, ਪਰਸੋਂ ਕਿਤੇ ਹੋਰ ਹੋਊਗਾ। ਇਸ ਲਈ ਮੇਰੀ ਹੱਥ ਜੋੜ ਕੇ ਆ ਕੈਪਟਨ ਸਾਹਿਬ ਨੂੰ ਬੇਨਤੀ ਹੈ ਕਿ ਪੋਲੀਟੀਕਲ ਅਪਾਇੰਟਮੈਂਟ ਤੁਸੀਂ ਕਰ ਰਹੇ ਹੋ, ਪੰਜਾਬ ਦੀ ਭਾਈਚਾਰਕ ਸਾਂਝ, ਪੰਜਾਬ ਦੇ ਅਮਨ ਸ਼ਾਂਤੀ ਕਾਨੂੰਨ, ਪੰਜਾਬ 'ਚ ਗਰੀਬ ਲੋਕਾਂ ਦੀ ਜਾਨਾਂ ਨਾਲ ਖੇਡਣ ਵਾਲੇ ਅਫਸਰ ਨਾਲ ਲਾਓ। ਬੜੇ ਕਾਬਿਲ ਅਫਸਰ ਹੈ। ਇਹ ਪੋਲੀਟੀਕਲ ਅਪਾਇੰਟਮੈਂਟ ਕਰਨੀ ਹੈ, ਕਾਬਿਲ ਅਫਸਰਾਂ ਦੀ ਕਰ ਲਓ, ਜਿਹੜਾ ਸਹੀ ਨੂੰ ਸਹੀ ਕਵੇ, ਗਲਤ ਨੂੰ ਗਲਤ ਕਵੇ। ਨਹੀਂ ਤਾਂ ਇਸੇ ਤਰ੍ਹਾਂ ਖਜ਼ਾਨੇ ਦੀ ਲੁੱਟ ਤੇ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੁੰਦਾ ਜਾਊਗਾ। ਕੋਈ ਹੋਰ ਜੀ ਕੋਈ ਪ੍ਰੂਫ ਮੰਗਦੇ ਸੀ, ਕਿਉਂਕਿ ਆ ਪ੍ਰੈਸ ਨੋਟ 'ਚ ਵੀ ਲਿਖਿਆ ਪ੍ਰੂਫ ਦੇ ਦਿਓ, ਮੈਂ ਪ੍ਰੂਫ ਸਾਰੇ ਦੇ ਦਿੱਤੇ ਤੁਹਾਨੂੰ। ਹੁਣ ਕੋਈ ਐਕਸ਼ਨ ਹੋਊਗਾ ਕਿ ਹਲੇ ਵੀ ਉਹਦੀ ਮਦਦ ਕੀਤੀ ਜਾਊਗੀ ਬਿਕੋਜ਼ ਹੀ ਵਾਸ ਇਨ ਸੀਐਮ ਸਿਕਿਉਰਿਟੀ। ਮਜੀਠੀਆ ਸਾਹਿਬ, ਹਾਂਜੀ ਮਜੀਠੀਆ ਸਾਹਿਬ, ਅੱਜ ਕੈਪਟਨ ਅਮਰਿੰਦਰ ਸਿੰਘ ਆਪਣੇ ਫੇਸਬੁੱਕ ਪੇਜ ਤੇ ਲਾਈਵ ਹੋ ਰਹੇ ਨੇ। ਆਜ ਕੈਪਟਨ ਅਮਰਿੰਦਰ ਸਿੰਘ, ਹਾਂਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੀ ਪੁੱਛਣਾ ਚਾਹੁੰਦੇ ਹੋ ਉਹਨਾਂ ਨੂੰ? ਨਹੀਂ ਮੇਰਾ ਵੀਰ, ਉਹਨਾਂ ਨੇ ਨਾ ਆ ਅਖਬਾਰ 'ਚ ਇੱਕ ਬਹੁਤ ਵੱਡਾ ਕੱਲ ਪ੍ਰੈਸ ਨੋਟ ਸੀ, ਕੈਪਟਨ ਡਿਫੈਂਸ ਦੀ ਐਸਐਸਪੀ, ਔਰ ਕਹਿੰਦਾ ਇਹ ਡੀਜੀਪੀ ਆ ਚੀਫ ਸੈਕਟਰੀ ਨਹੀਂ ਲਾਉਂਦਾ, ਇਹ ਤਾਂ ਮੈਂ ਲਾਉਣਾ। ਹੁਣ ਹਾਲ ਵੇਖੋ ਕੀ ਹੈ
ਜਾਂ ਡੀਜੀਪੀ ਤੇ ਚੀਫ ਸੈਕਟਰੀ ਮੇਰੇ ਲਈ ਦੋਵੇਂ ਬੜੇ ਸਤਿਕਾਰਯੋਗ ਦਫ਼ਤਰ ਨੇ, ਮਗਰ ਉੱਡ ਗਿਆ, ਮੈਨੂੰ ਚਲੇ ਗਿਆ ਗਿਆ ਠੀਕ ਹੋਇਆ ਇਹ ਖਤਮ ਹੋ ਗਿਆ। ਪੋਸਟ ਜੀ ਉਹ ਸੀ ਨਛੱਤਰ ਭਾਈ, ਪੋਸਟ ਨਛੱਤਰ ਭਾਈ ਸੀਗੇ। ਇਹ ਭਾਈ ਆ ਉਹਦੀ ਡੇਟ ਕਿਹੜੀ ਹੈ ਐਸਐਚ ਦੀ, ਮੈਸੇਜ ਦੀ ਡੇਟ WhatsApp देंगे FIR नंबर लिख के दे दे। इसलिए ਜਿਹੜੇ ਸਵਾਲ ਮੈਂ ਚਲੋ ਆਈ ਗਿਆ ਜੀ, ਕੱਟ ਗਿਆ ਸੀਗਾ, ਆ ਗਿਆ ਵਾਪਸ। ਹਾਂਜੀ ਹਾਂਜੀ ਹੁਣ ਆਈ ਕੈਨ ਹੀਅਰ ਯੂ ਨਾਓ ਜੀ। ਸੋ ਮੈਂ ਜਿਹੜੀ ਆਈ ਥਿੰਕ ਇੱਕ ਸਵਾਲ ਇਫ ਯੂ ਕੈਨ ਰਿਪੀਟ ਦੈਟ ਸਵਾਲ ਜੀ, ਔਰ ਕਿਸੇ ਹੋਰ ਨੇ ਪੁੱਛਣਾ ਮੈਂ ਦੱਸ ਸਕਦਾ। ਮੈਂ ਜਿਹੜੀ ਇਹਨਾਂ ਨੇ ਹੁਣ ਇੱਕ ਉਹ ਵੀਡੀਓ ਵੀ ਮੈਂ ਚਾਹੂੰਗਾ ਮੇਰੇ ਉਹ ਦਿਖਾ ਦੇਣ, ਜਿਹੜਾ ਉਹ ਪਾਣੀ ਦੀ ਟੂਟੀ ਖੋਲਦੇ ਤੇ ਅੱਗੇ ਉਹ ਸ਼ਰਾਬ ਆਉਂਦੀ, ਉਹ FIR ਇਹਨਾਂ ਨੇ ਦਰਜ ਕੀਤੀ ਹੈ ਹੁਣ, ਜਦ ਕਿ ਜੂਨ ਦੇ ਮਹੀਨੇ 'ਚ ਆ WhatsApp ਮੈਸੇਜ ਗਏ ਆ 14 ਜੂਨ ਤੇ 16 ਜੂਨ ਨੂੰ ਲਿਖ ਕੇ ਗਿਆ। ਇਹ ਪਿੰਡ ਉਹੀ ਹੈ, MLA ਸੁਖਪਾਲ ਭੁੱਲਰ ਦਾ ਪਿੰਡ ਹੈ, ਹੈਡ ਹੀ ਐਕਟਡ ਤੇ ਅੱਜ ਇੰਨੀ ਕੀਮਤੀ ਜਾਨਾਂ ਨਾ ਜਾਂਦੀਆਂ। ਇਸ ਲਈ ਇਹ ਤਾਂ ਇਨਕੰਪੀਟੈਂਟ ਟੂ ਦਾ ਕੋਰ ਹੈ। ਔਰ ਇਹ FIR ਨੰਬਰ ਵੀ ਉੱਥੇ ਹੁਣ ਦਰਜ ਕੀਤੀ ਹੈ 14 ਅਗਸਤ ਦੀ, FIR ਨੰਬਰ 113 ਆ ਸੁਖ ਮਹਿਮੂਦਪੁਰੇ ਖਿਲਾਫ, ਜਿਹਦੇ ਖਿਲਾਫ ਸ਼ਿਕਾਇਤ ਕਦੋਂ ਦੀ ਗਈ ਹੋਈ ਸੀ। ਕੋਈ ਸਵਾਲ ਜੀ ਤੁਹਾਡਾ ਕਿਸੇ ਦਾ? ਜਿਹੜਾ ਪ੍ਰੈਸ ਨੋਟ ਆਇਆ ਤੇ ਜਿਸ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਉਹ ਕਹਿੰਦੇ ਕਿ ਤੁਸੀਂ ਉਹ ਅਫਸਰ ਦੇ ਉੱਪਰ ਆਰੋਪ ਨਾ ਲਾਓ ਜਿਨ੍ਹਾਂ ਦਾ ਰਿਕਾਰਡ ਬੜਾ ਹੀ ਚੰਗਾ ਹੈਗਾ, ਬਹੁਤ ਵਧੀਆ ਹੈ। ਦੇਖੋ ਮੈਂ ਉਸ ਅਫਸਰ ਖਾਸ ਤੌਰ ਦੇ ਉੱਤੇ ਉਹਨਾਂ ਨੇ ਐਡ ਵੀ ਕੀਤਾ ਕਿ ਕਿੰਨੀਆਂ ਸ਼ਰਾਬ ਦੀਆਂ ਜਿਹੜੀਆਂ ਰਿਕਵਰੀਆਂ ਕਿਤੇ 1 ਕਰੋੜ ਤੋਂ ਵੱਧ ਦੀ ਜਿਹੜੀ ਹੈ ਸ਼ਰਾਬ ਦੀ ਰਿਕਵਰੀ ਜਿਹੜੀ ਤਰਨਤਾਰਨ 'ਚ ਵੀ ਕੀਤੀ ਹੈ ਤੇ ਹੁਣ ਅੰਮ੍ਰਿਤਸਰ ਦੀ ਜਿਹੜੀ ਜਾਕੇ ਬਾਰੇ ਵੱਲੋਂ ਰਿਕਵਰੀ ਕੀਤੀ ਗਈ ਹੈ। ਆਪਣਾ ਗੁਰਪ੍ਰੀਤ ਜੀ, ਮੈਂ ਤਾਂ ਗਗਨ ਜੀ ਕਿਸੇ ਤੇ ਆਰੋਪ ਨਹੀਂ ਲਾ ਰਿਹਾ, ਮੈਂ ਤਾਂ ਫੈਕਟ ਸਟੇਟ ਕਰ ਰਿਹਾ। ਪੰਜਾਬ ਪੁਲਿਸ ਦਾ ਐਫੀਡੇਵਿਟ ਹੈ ਮੋਨਿਕਾ ਗੋਇਲ ਆਨਰੇਬਲ ਜੱਜ ਸਾਹਿਬ ਦੀ ਕੋਰਟ 'ਚ। ਇਲੈਕਸ਼ਨ ਕਮਿਸ਼ਨ ਨੇ ਇਸ SSP ਨੂੰ ਸ਼ੰਟ ਆਊਟ ਕੀਤਾ ਕਿਉਂਕਿ ਇਹਨੇ ਡੇ ਲਾਈਟ ਰੋਬਰੀ ਕੀਤੀ ਹੈ, ਇਲੀਗਲ ਕਨਫਾਈਨਮੈਂਟ 'ਚ ਲੋਕਾਂ ਨੂੰ ਰੱਖਿਆ। ਜਿਹੜੇ 2 ASI ਇਹਨੇ ਮੰਗੇ ਸੀ DGP ਦਫ਼ਤਰ ਤੋਂ, ਉਹ ASI ਅੱਜ ਬਿਹਾਈਂਡ ਬਾਰਸ ਨੇ, ਜਿਹਨੇ ਮੰਗੇ ਸੀ ਕਿ ਉਹਦੇ ਖਿਲਾਫ 120B ਦੀ ਕਾਰਵਾਈ ਕਿਉਂ ਨਹੀਂ ਹੋਈ। ਜਸਟ ਬਿਕੋਜ਼ ਉਹ CM ਸਿਕਿਉਰਿਟੀ 'ਚ ਸੀ ਤੁਸੀਂ ਉਹਨੂੰ ਬਚਾ ਲਿਆ, ਮਗਰ ਉਹਦਾ ਰਿਜ਼ਲਟ ਕੀ ਨਿਕਲਿਆ? ਜੇ ਉਸ ਵੇਲੇ ਸਹੀ ਕਾਰਵਾਈ ਹੋ ਜਾਂਦੀ ਤੇ ਅੱਜ ਸ਼ਾਇਦ 100 ਬੰਦਾ ਇਹਦੀ ਅਣਗਹਿਲੀ ਕਰਕੇ ਤਰਨਤਾਰਨ 'ਚ ਨਹੀਂ ਮਰਦਾ। ਔਰ ਜੇ ਕੋਈ SHO DSP ਰਿਸਪੌਂਸਿਬਲ ਹੈ, ਜਿਹੜਾ ਪੁਲਿਸ ਮੁਖੀ ਹੈ, ਉਹ ਕਿਵੇਂ ਨਹੀਂ ਰਿਸਪੌਂਸਿਬਲ? ਹਾਉ ਕਿ ਦੋਹਰੇ ਮਾਪਦੰਡ ਕਿਵੇਂ ਤੁਸੀਂ ਫੋਲੋ ਕਰ ਰਹੇ ਹੋ ਕਿ ਤੁਹਾਡਾ ਕੋਈ ਚੇਤਾ ਹੈ, ਤੁਹਾਡਾ ਪਿਆਰ ਵਾਲਾ ਹੈ, ਉਹਦੇ ਲਈ ਕਾਨੂੰਨ ਵੱਖਰਾ ਹੋ ਗਿਆ ਔਰ ਇੱਕ SHO ਜਾਂ DSP ਲਈ ਕਾਨੂੰਨ ਵੱਖਰਾ ਹੋ ਗਿਆ, ਜਦਕਿ ਜਿਹੜਾ ਹਾਈਐਸਟ ਅਥਾਰਟੀ ਆਫ ਦਾ ਡਿਸਟ੍ਰਿਕਟ ਹੈ ਪੁਲਿਸ ਦੀ, ਉਹ SSP ਹੈ। ਹਾਊ ਡਿਡ ਹੀ escape? ਔਰ ਅੱਜ ਤੁਸੀਂ ਪਹਿਲਾਂ ਉਹਨੂੰ ਖੰਨੇ ਚੋਂ ਬਚਾਇਆ, ਜਦਕਿ ਉੱਤੇ 120B ਦੀ ਕਾਰਵਾਈ ਹੋ ਕੇ ਅੱਜ 1.5 ਕਰੋੜ ਦੀ ਉੱਤੇ ਰਿਕਵਰੀ ਹੋਣੀ ਚਾਹੀਦੀ ਸੀ। ਇਲੀਗਲ ਕਸਟਡੀ, ਇਲੀਗਲ ਰੇਡ, ਸਾਰੇ ਪੁੱਠੇ ਕੰਮਾਂ ਕਰਨ ਲਈ ਇਲੈਕਸ਼ਨ ਕਮਿਸ਼ਨ ਨੇ ਉਹਨੂੰ ਸ਼ੰਟ ਆਊਟ ਕੀਤਾ। ਤੁਸੀਂ ਕਾਰਵਾਈ ਕਰਦੇ, ਉਹ ਤਾਂ ਕੀਤੀ ਨਹੀਂ, ਤੁਸੀਂ ਚੱਕ ਕੇ ਉਹਨੂੰ ਤਰਨਤਾਰਨ ਲਾਤਾ, 100 ਬੰਦਾ ਉੱਥੇ ਮਰਾਤਾ, ਚੱਕ ਕੇ ਉਹਨੂੰ ਦਿਹਾਤੀ ਅੰਮ੍ਰਿਤਸਰ ਸ਼੍ਰੀ ਅੰਮ੍ਰਿਤਸਰ ਸਾਹਿਬ ਚ ਲਾਤਾ। ਕੀ ਚਾਹੁੰਦੇ ਹੋ ਤੁਸੀਂ? ਮਜੀਠੀਆ ਸਾਹਿਬ ਦੇਖੋ, ਤੁਸੀਂ ਪਹਿਲਾਂ ਵੀ ਲਗਾਤਾਰ ਇਹ ਇਸ਼ੂ ਰੇਜ਼ ਕੀਤਾ ਸੀਗਾ ਕਿ
ਜਿਹੜਾ ਹੈਗਾ ਐਸਐਸਪੀ ਹੈ, ਕਿਉਂਕਿ ਇਹ ਨਹੀਂ ਹੈ ਕਿ ਜੇ ਇੱਕ ਦਿਨ ਪਹਿਲਾਂ ਟ੍ਰਾਂਸਫਰ ਹੋ ਗਈ ਤੇ ਉਸ ਤੋਂ ਪਹਿਲਾਂ ਉਹਨਾਂ ਨੂੰ ਕਲੀਨ ਚਿੱਟ ਮਿਲ ਜਾਂਦੀ ਹੈ, ਇਹ ਕਿਤੇ ਨਹੀਂ ਲਿਖਿਆ, ਕਿਉਂਕਿ ਇਹ ਸਾਰਾ ਕੁਝ ਉਸ ਤੋਂ ਪਹਿਲਾਂ ਹੀ ਚੱਲਦਾ ਰਿਹਾ। ਪਰ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਆਪਦੇ ਸੰਸਦ ਆ, ਉਹਨਾਂ ਨੇ ਸੀਬੀਆਈ ਜਾਂਚ ਦੀ ਮੰਗ ਕਰਤੀ ਤਾਂ ਕੈਪਟਨ ਸਾਹਿਬ ਨੇ ਸਪਸ਼ਟ ਤੌਰ ਤੇ ਸਿੱਧਾ ਕਹਿ ਕੇ ਸਿਕਿਉਰਿਟੀ ਉਹਨਾਂ ਦੀ ਵਿਡਰਾਅ ਕਰ ਲਈ, ਔਰ ਜਦੋਂ ਉਹਨਾਂ ਨੇ ਡੀਜੀਪੀ ਨੂੰ ਚਿੱਠੀ ਲਿਖੀ ਉਹ ਕਹਿੰਦੇ ਤਾਂ ਮੈਂ ਵਿਡਰਾਅ ਕੀਤੀ ਹੈ। ਸਪਸ਼ਟ ਉਹਨਾਂ ਨੇ ਕਿਹਾ ਵੀ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਨੇ ਆਵਾਜ਼ ਚੱਕੀ, ਅੱਜ ਕਾਂਗਰਸ ਉਹਨਾਂ ਦਾ ਘਰ ਘੇਰਨ ਚਲੀ ਜਾਂਦੀ ਹੈ ਤੇ ਐਸਐਸਪੀ ਨੂੰ ਸਿੱਧੇ ਤੌਰ ਤੇ ਡਿਫੈਂਡ ਕਰ ਰਹੇ ਨੇ। ਐਸੇ ਹਾਲਾਤਾਂ 'ਚ ਆਉਣ ਵਾਲੇ ਟਾਈਮ 'ਚ ਤੁਹਾਡੀ ਫਿਰ ਕੀ ਰੂਪਰੇਖਾ ਰਹੇਗੀ? ਅਗਰ ਆਪਾਂ ਨਿਰਪੱਖ ਜਾਂਚ ਕਰੀਏ ਜਾਂ ਐਕਸ਼ਨ ਹੋਏਗਾ ਕਿਵੇਂ? ਫਿਰ ਸੀਐਮ ਸਾਹਿਬ ਤਾਂ ਸਪਸ਼ਟ ਕਰੀ ਜਾਂਦੇ ਆ ਕਿ ਮੈਂ ਡਿਸੀਜਨ ਸਹੀ ਲੈ ਰਿਹਾ। ਨਿਪਿੰਦਰ ਜੀ, ਅੱਜ ਦਾ ਜੇ ਤੁਸੀਂ ਪ੍ਰੈਸ ਨੋਟ ਪੜੋ ਨਾ ਸੀਐਮ ਸਾਹਿਬ ਦਾ, ਉਹ ਇੱਕ ਐਸਐਸਪੀ ਦੇ ਮਗਰ ਆਏ ਖਲੋਤੇ ਆ। ਚਾਹੀਦਾ ਤਾਂ ਸੀ ਐਸਐਸਪੀ ਦੇ ਮਗਰ ਖਲੋਣ ਦੀ ਜਗ੍ਹਾ ਉਹ ਕਹਿੰਦੇ ਕਿ ਇੱਕ ਅਸੀਂ ਵੀ ਆ ਲੋਕਾਂ ਨੇ ਚੁਣਿਆ ਯਾਰ ਸਾਨੂੰ। ਬਾਜਵਾ ਸਾਹਿਬ ਵੀ ਉਹਨਾਂ ਦੇ ਐਕਸ ਪੀਪੀਸੀਸੀ ਪ੍ਰਧਾਨ ਹੈ ਕਿ ਜੇ ਕਿਸੇ ਦੇ ਖਿਲਾਫ ਸੀਰੀਅਸ ਆਰੋਪ ਨੇ ਮੈਂ ਉਹਦੀ ਇਨਕੁਆਇਰੀ ਕਰਾ ਲੈਣਾ, ਮਗਰ ਜਿਸ ਤਰੀਕੇ ਨਾਲ ਚੀਫ ਮਿਨਿਸਟਰ ਔਰ ਹੋਮ ਮਿਨਿਸਟਰ ਹੁੰਦੇ ਉਹਨੂੰ ਪ੍ਰੋਟੈਕਸ਼ਨ ਦਿੱਤੀ ਜਾ ਰਹੀ ਹੈ, ਉਹਦੇ 'ਚ ਆਲ ਇਜ਼ ਡਜ਼ਨਟ ਲੁੱਕ ਕਰੈਕਟ। ਦਾਲ 'ਚ ਕੁਝ ਡੀਜੀਪੀ ਦੇ ਵੀ ਫਰੰਟ ਤੇ ਆ ਕੇ ਖੜੇ ਹੋ ਗਏ, ਐਸਐਸਪੀ ਦੇ ਵੀ ਨਹੀਂ, ਸਪਸ਼ਟ ਕਹਿੰਦਾ ਕਿ ਮੈਂ ਫੈਸਲਾ ਕੀਤਾ ਜੋ ਕੀਤਾ ਮੈਂ ਉਹ ਕਰਨੀ ਹੈ ਡੀਜੀਪੀ ਨਾਲ। ਨਹੀਂ, ਫਿਰ ਮੈਂ ਤਾਂ ਧੰਨਵਾਦੀ ਆ ਕੈਪਟਨ ਸਾਹਿਬ ਦਾ ਕਿ ਦੋ ਗੱਲ ਮੰਨ ਗਏ ਕਿ ਇਹ ਤਾਂ ਸਾਰੀਆਂ ਪੁਲਿਸ ਦੀ ਪੋਲੀਟੀਕਲ ਅਪਾਇੰਟਮੈਂਟ ਹੁੰਦੀ ਹੈ, ਮੈਰਿਟ ਦੀ ਨਹੀਂ ਹੁੰਦੀ। ਜੇ ਐਸਐਸਪੀ ਦੇ ਖਿਲਾਫ ਤੁਸੀਂ ਕੋਰਟ 'ਚ ਲਿਖ ਕੇ ਦੇ ਰਹੇ ਹੋ, ਜਿਹੜੀ ਦਿਨ ਦਿਹਾੜੇ ਡਕੈਤੀ ਮਾਰ ਰਿਹਾ, ਜਿਹਦੇ ਖਿਲਾਫ ਸ਼ਿਕਾਇਤਾਂ ਡੀਜੀਪੀ ਕੋਲ ਗਈ ਹੈ, ਇਲੈਕਸ਼ਨ ਕਮਿਸ਼ਨ ਜੀ ਨੂੰ ਬਦਲ ਰਿਹਾ, ਹਲੇ ਵੀ 1.5 ਕਰੋੜ ਦੀ ਰਿਕਵਰੀ ਬਾਕੀ ਹੈ। ਜਿਹੜੇ 2 ਏਐਸਆਈ ਉਹਨੇ ਮੰਗੇ ਉਹ ਜੇਲ੍ਹ 'ਚ ਨੇ। ਇਲੀਗਲ ਏਟ ਜਾਂ 12 ਬੋਰ ਬੱਬੂ 12 ਬੋਰ ਵਰਗੇ ਕੈਟ ਨੂੰ ਵਰਤ ਕੇ ਉਹਨੂੰ ਵੀ ਪੈਸੇ ਦੇ ਦਿੱਤੇ 2-3 ਲੱਖ। ਮਜ਼ਾਕ ਥੋੜੀ ਹੈ ਜੀ ਕਿ ਤੁਸੀਂ ਦਿਨ ਦਿਹਾੜੇ ਇਸ ਤਰ੍ਹਾਂ ਦੀ ਲੁੱਟ ਦੀ ਗੱਲ ਸੁਣੀ ਹੈ। ਤੁਸੀਂ ਏਟੀਐਮ ਦੀ ਲੁੱਟ ਕਰਨ ਦੇ ਖਿਲਾਫ ਤਾਂ ਬੜੀ ਵੱਡੀ ਖਬਰ ਲਾਉਂਦੇ ਆ, ਤੇ ਜਿਹੜਾ ਕਰੋੜਾਂ ਰੁਪਏ ਦੀ ਲੁੱਟ ਕਰ ਜੇ ਉਹਨੂੰ ਮੁੜ ਕੇ ਐਸਐਸਪੀ ਲਾ ਦਿਓ, ਫਿਰ 100 ਬੰਦਾ ਮਰ ਜੇ, ਐਸਐਚਓ ਡੀਐਸਪੀ ਨੂੰ ਤੁਸੀਂ ਸਸਪੈਂਡ ਕਰ ਦਿਓ, ਉਹਨੂੰ ਫਿਰ ਐਸਐਸਪੀ ਲਾ ਦਿਓ, ਤੇ ਕੀ ਜਾਪਦਾ? ਔਰ ਮੈਂ ਲਾਸਟ ਗੱਲ ਨਿਪਿੰਦਰ ਜੀ, ਮੇਰੀ ਲਾਸਟ ਗੱਲ ਇੱਕ ਪਾਸੇ ਕਹਿੰਦੇ ਜੀ ਉਹਨੇ 1000 ਲੀਟਰ ਰਿਕਵਰ ਕੀਤਾ ਤੇ ਫਿਰ ਇੱਥੇ ਕਰ ਦਿੰਦਾ ਤੇ ਫਿਰ ਇਹ ਹਾਲਾਤ ਨਾ ਬਣਦੇ। ਇੱਕ ਪਾਸੇ ਕਹਿੰਦੇ ਅਸੀਂ ਹਰ ਪਿੰਡ 'ਚ ਹੀ ਲਾਤਾ ਇੱਕ ਪੁਲਿਸ ਵਾਲਾ, ਕਿੱਥੇ ਸੀ ਉਹ ਪੁਲਿਸ ਵਾਲੇ? ਫਿਰ ਮਤਲਬ ਡੀਜੀਪੀ ਨੂੰ ਪਤਾ ਸੀ ਤਾਂ ਵੀ ਨਹੀਂ ਕੋਈ ਕਾਰਵਾਈ ਕੀਤੀ। ਜੀਓਜੀ ਲਾਇਆ ਤੁਸੀਂ ਗਾਰਡੀਅਨ ਆਫ ਗਵਰਨੈਂਸ ਹਰ ਪਿੰਡ 'ਚ, ਐਕਸ ਫੌਜੀ ਮੇਰਾ ਵੀਰ ਹੈ, ਮੈਂ ਉਹਦਾ ਸਤਿਕਾਰ ਕਰਦਾ, ਮਗਰ ਕੀ ਉਹਦੀ ਗੱਲ ਸੁਣੀ ਨਹੀਂ, ਉਹਨੂੰ ਚੁੱਪ ਕਰਾਤਾ ਕਿ ਕੀ ਗੱਲ ਹੈ? ਆਫਟਰ ਆਲ ਉਹਨੇ ਤਾਂ ਕੁਝ ਨਹੀਂ ਕਰਨਾ ਤਾਂ ਪੁਲਿਸ ਮੁਖੀ ਨੇ ਸੀ, ਪੁਲਿਸ ਮੁੱਖ ਕਪਤਾਨ ਨੇ। ਮਜੀਠੀਆ ਸਾਹਿਬ, ਤੁਸੀਂ ਲਗਾਤਾਰ ਧਰਨੇ ਪ੍ਰਦਰਸ਼ਨ ਅਕਾਲੀ ਦਲ ਦੇ ਚੱਲ ਰਹੇ ਆ, ਪ੍ਰੋਟੈਸਟ ਚੱਲ ਰਹੇ ਨੇ, ਪਰ ਪੂਰੇ ਪੰਜਾਬ ਦੇ ਵਿੱਚ ਤੁਸੀਂ ਵਿਰੋਧੀ ਧਿਰੋਂ ਦੇ ਤੁਸੀਂ ਲੱਗੇ ਹੋਏ ਹੋ, ਪਰ ਮੰਨ ਲਓ ਸਰਕਾਰ ਤਾਂ, ਕਿਉਂਕਿ ਜਿਸ ਤਰ੍ਹਾਂ ਦਾ ਹੁਣ ਤੱਕ ਦਾ ਐਟੀਟਿਊਡ ਹੈ, ਸਰਕਾਰ ਸਪਸ਼ਟ ਕਰ ਚੁੱਕੀ ਹੈ ਕਿ ਜਾਂਚ ਜਿਹੜੀ ਹੋ ਰਹੀ ਹੈ ਬੜੀ ਸਹੀ ਹੋ ਰਹੀ ਹੈ। ਜਿਹੜੇ ਮਰੇ ਨੇ ਉਹਨਾਂ ਨੂੰ ਮੁਆਵਜ਼ਾ ਦਿੱਤਾ, ਜਿਹੜੇ ਅੰਨੇ ਹੋਏ ਨੇ ਉਹਨਾਂ ਨੂੰ ਮੁਆਵਜ਼ਾ ਦਿੱਤਾ, ਹੋਰ ਮਦਦ ਉਹਨਾਂ ਦੀ ਹੋ ਜਾਏਗੀ। ਸਰਕਾਰ ਆਪਦੇ ਵੱਲੋਂ ਸੰਤੁਸ਼ਟ ਹੈ ਕਿ ਅਸੀਂ ਕਾਰਵਾਈ ਸਹੀ ਕਰ ਰਹੇ ਹਾਂ। ਜੇ ਤੁਸੀਂ ਸੰਤੁਸ਼ਟ ਨਹੀਂ ਹੋ ਜਾਂ ਪਰਿਵਾਰ ਸੰਤੁਸ਼ਟ ਨਹੀਂ ਹੈ ਤਾਂ ਅੱਗੇ ਤੁਹਾਡਾ ਐਕਸ਼ਨ ਪਲਾਨ ਕੀ ਹੈ? ਨਿਪਿੰਦਰ ਜੀ, ਪਹਿਲੀ ਗੱਲ ਤਾਂ ਕੋਈ ਸੰਤੁਸ਼ਟ ਨਹੀਂ ਹੈ, ਇੱਥੋਂ ਤੱਕ ਕਿ ਸਾਬਕਾ 2 ਪੀਪੀਸੀਸੀ ਦੇ ਪ੍ਰਧਾਨ ਤੇ ਰਾਜ ਸਭਾ ਦੇ ਮੌਜੂਦਾ ਮੈਂਬਰ ਕਾਂਗਰਸ ਦੇ ਉਹੀ ਨਹੀਂ ਸੰਤੁਸ਼ਟ। ਮੇਰੀ ਸੰਤੁਸ਼ਟੀ ਠੀਕ ਹੈ, ਹੁਕਮਰਾਨ ਸਰਕਾਰ ਹੈ, ਉਹਨਾਂ ਦੀ ਮੈਜੋਰਟੀ ਹੈ। ਜਿਵੇਂ ਦੁਸ਼ਹਿਰਾ ਟ੍ਰੈਜੇਡੀ ਦਾ ਉਹਨਾਂ ਨੇ ਬੁਲਡੋਜ਼ ਕੀਤਾ, ਆਪਦਾ ਫੈਸਲਾ ਕਲੀਨ ਚਿੱਟ ਦਿੱਤੀ, ਜਾਂ ਬਟਾਲੇ ਦੇ ਬਲਾਸਟ 'ਚ ਦਿੱਤਾ ਕਲੀਨ ਚਿੱਟ ਦਿੱਤੀ, ਜਾਂ ਅੱਜ ਇਹਨੂੰ ਕਲੀਨ ਚਿੱਟ ਦੇ ਦੇਣਗੇ, ਮਗਰ ਪੰਜਾਬ ਦੇ ਨੌਜਵਾਨਾਂ ਦਾ, ਪੰਜਾਬ ਦੇ ਲੋਕਾਂ ਦਾ ਤਾਂ ਨੁਕਸਾਨ ਹੁੰਦਾ ਰਹੂਗਾ। ਇਸ ਲਈ ਅਸੀਂ ਇੰਡੀਪੈਂਡੈਂਟ ਇਨਕੁਆਇਰੀ, ਅਸੀਂ ਕਿਸੇ ਦੇ ਖਿਲਾਫ ਵੈਂਡੇਟੇ ਦੇ ਖਿਲਾਫ ਨਹੀਂ ਆ। ਤੁਸੀਂ ਜਾਂਚ ਕਰਾ ਲਓ ਹਾਈ ਕੋਰਟ ਦੇ ਸਿਟਿੰਗ ਜੱਜ ਸਾਹਿਬ ਤੋਂ, ਜੇ ਕੋਈ ਠੀਕ ਹੋਊਗਾ ਬਚ ਜਾਊਗਾ, ਨਹੀਂ ਠੀਕ ਹੋਊਗਾ ਤੇ ਕਾਰਵਾਈ ਹੋ ਜਾਊਗੀ। ਜਦ ਈਡੀ ਫਿਰ ਅਸੀਂ ਕੋਰਟ ਜਾਵਾਂਗੇ ਜੀ, ਅਸੀਂ ਫਿਰ ਕੋਰਟ ਜਾਵਾਂਗੇ, ਕੋਰਟ ਨੂੰ ਸਾਰੇ ਤੱਥ ਕੋਰਟ ਅੱਗੇ ਰੱਖਾਂਗੇ ਕਿ ਇਹ ਜੇ ਅਫਸਰ ਹੈਂਡਪਿਕ ਕੀਤੇ ਜਾ ਰਹੇ ਆ ਕਿ ਅੱਜ ਹਾਲ ਕਿਉਂ ਰਿਹਾ। ਇੱਕ ਪਾਸੇ ਦੇਖੋ ਪੰਨੂ ਨੂੰ ਤੁਸੀਂ ਗਾਲਾਂ ਕੱਢਦੇ ਹੋ 2020 ਵਾਲੇ ਨੂੰ, ਤੇ ਪੰਨੂ ਦੀ ਅੱਜ ਵੀਡੀਓ ਵੇਖ ਲਈ ਕਿ ਇਹ ਚਪੇੜ ਨਹੀਂ ਅੱਜ ਆਪਣੇ ਡੀਜੀਪੀ ਤੇ ਸਾਰਿਆਂ ਤੇ, ਔਰ ਹੋਇਆ ਵੀ ਸਾਰਾ ਕੁਝ ਉੱਥੇ। ਕਿਥੇ ਤਾਂ ਜਾਣਬੁੱਝ ਕੇ ਭਾਈਚਾਰਕ ਸਾਂਝ ਨੂੰ ਇਹ ਖਰੋਟ ਲਾਉਣ ਦੀ ਗੱਲ ਨਾ ਹੋਵੇ, ਕਿਉਂਕਿ ਹੋਇਆ ਵੀ ਉੱਥੇ ਹੈ ਜਿੱਥੋਂ ਇੱਕ ਮੈਂਬਰ ਪਾਰਲੀਮੈਂਟ ਦਾ ਭਰਾ ਐਸਐਸਪੀ ਆ, ਹੋਰ ਕਿੱਥੇ ਨਹੀਂ ਹੋਇਆ। ਮਤਲਬ ਇੱਕ ਪਾਸੇ ਲੋਕਾਂ ਨੂੰ ਡਰਾ ਦਿਓ, ਦੂਜੇ ਪਾਸੇ ਕਹਿੰਦੇ ਅਸੀਂ ਸਖਤ ਕਾਰਵਾਈ ਕਰ ਰਹੇ ਹਾਂ। ਹੁਣ ਏਐਸਆਈ ਤੇ ਥੱਲੇ ਆ ਕਾਂਸਟੇਬਲ ਤੇ ਕਾਰਵਾਈ ਹੋ ਜੂ ਤੇ ਐਸਐਸਪੀ ਨੂੰ ਕਲੀਨ ਚਿੱਟ।
ਇਹ ਕੀ ਮਾਪਦੰਡ ਹੈ ਯਾਰ? ਵਿਚਾਰੇ ਉਹ ਵੀ ਪੀਪੀਐਸ ਅਫਸਰ ਨੇ, ਜੇ ਉਹ ਗਲਤ ਨੇ, ਜੇ ਕੋਈ ਕਿਸੇ ਨੇ ਗਲਤੀ ਕੀਤੀ ਹੈ ਉੱਤੇ ਕਾਰਵਾਈ ਹੈ, ਫਿਰ ਉੱਤੇ ਮੁਖੀ ਤੇ ਵੀ ਕਾਰਵਾਈ ਹੈ ਜਿਹੜਾ ਉਹਨਾਂ ਨੂੰ ਮੋਨੀਟਰ ਕਰ ਰਿਹਾ। ਜਿਹੜੇ ਨਾ ਮੋਗਾ ਦੇ ਐਸਐਸਪੀ ਬਾਰੇ ਤਾਂ ਉੱਥੋਂ ਦੇ ਐਮਐਲਏ ਕਹਿੰਦੇ ਆ ਕਿ ਉਹ ਤਾਂ ਸਾਡੀ ਵੀ ਨਹੀਂ ਸੁਣਦਾ, ਕਿਉਂਕਿ ਉਹ ਕਹਿੰਦੇ ਕਿ ਮੈਂ ਸੁਪੀਰੀਅਰ ਆ, ਮੈਂ ਸਾਰਾ ਕੰਮ ਵਧੀਆ ਕਰੂੰ ਦੇ ਨਹੀਂ, ਉਹ ਨਹੀਂ ਕਹਿੰਦਾ ਕਿ ਨਾਲੇ ਮੀਡੀਆ ਸਾਹਿਬ ਕਿਵੇਂ ਦੇਖਦੇ ਹੋ ਕਿ 15 ਅਗਸਤ ਤੋਂ ਇੱਕ ਦਿਨ ਠੀਕ ਪਹਿਲਾਂ ਜਿਵੇਂ ਆ ਮੋਗਾ ਦੇ ਵਿੱਚ ਅੱਜ ਹੋਇਆ ਹੈ, ਖਾਲਿਸਤਾਨੀ ਝੰਡਾ ਜਿਹੜਾ ਲਹਿਰਾਇਆ ਗਿਆ, ਹਾਲਾਂਕਿ ਗੁਰਪਤਵੰਤ ਪੰਨੂ ਦੇ ਵੱਲੋਂ ਕੱਲ ਦੀ ਵੀਡੀਓ ਜਿਹੜੀ ਸੀ ਰਿਲੀਜ਼ ਕਰ ਦਿੱਤੀ ਗਈ ਸੀ, ਕਿਹਾ ਗਿਆ ਅਸੀਂ ਲਾਲ ਕਿਲੇ ਦਾ ਜਿਹੜਾ ਝੰਡਾ ਲਹਿਰਾਊਗਾ ਉਹਨੂੰ $1,25,000 ਦਿੱਤਾ ਜਾਊਗਾ ਤੇ ਪਿੰਡਾਂ 'ਚ ਵੀ ਲਹਿਰਾਉਣ ਵਾਲਿਆਂ ਨੂੰ ਜਿਹੜੇ ਡਾਲਰ ਦਿੱਤੇ ਜਾਣਗੇ। ਜਦੋਂ ਇਹੋ ਜੀ ਇਨਪੁਟ ਹੋਵੇ, ਇੰਟੈਲੀਜੈਂਸ ਇਨਪੁਟ ਜਿਹੜੀ ਹੈਗੀ ਹੈ ਹੋਣ ਦੇ ਬਾਵਜੂਦ ਇਹ ਘਟਨਾ ਵਾਪਰ ਜਾਂਦੀ ਹੈਗੀ ਹੈ। ਦੇਖੋ, ਇੰਟੈਲੀਜੈਂਸ ਦਾ ਬੜਾ ਵੱਡਾ ਫੇਲੀਅਰ ਹੈ। ਗੁਰਪਤਵੰਤ ਪੰਨੂ ਦੀ ਅੱਜ ਦੀ ਵੀਡੀਓ ਵੇਖ ਲਿਓ, ਉੱਥੋਂ ਝੰਡਾ ਉਹਨਾਂ ਨੇ, ਤਿਰੰਗਾ ਝੰਡਾ ਸਾਡਾ, ਜਿਹਦੇ ਵਾਸਤੇ ਹਜ਼ਾਰਾਂ ਲੱਖਾਂ ਲੋਕਾਂ ਨੇ ਸ਼ਹਾਦਤਾਂ ਦਿੱਤੀਆਂ ਨੇ, ਪੰਜਾਬੀਆਂ ਨੇ 80% ਕੁਰਬਾਨੀਆਂ ਦਿੱਤੀਆਂ ਨੇ, ਉਹ ਝੰਡੇ ਦੀ ਰੋਲਦੇ ਦੀ ਵੀਡੀਓ ਵੀ ਉਹਨੇ ਚੜਾਤੀ ਤੇ ਐਸਐਸਪੀ ਤਾਂ ਹਲੇ ਸੁੱਤਾ ਪਿਆ ਸੀ। ਔਰ ਜਿਹੜੇ ਹਲੇ ਔਰ ਇਹ ਕੀ ਕਵਰ ਅਪ ਆਪਰੇਸ਼ਨ ਕਰ ਰਹੇ ਆ ਕਿ ਜਾ ਕੇ ਕਾਰਵਾਈ ਕਰ ਦੇਣਗੇ ਕਿ ਛੋਟੇ ਜਿਹੇ ਏਐਸਆਈ ਤੇ ਜਾਂ ਇੰਸਪੈਕਟਰ ਤੇ, ਉਹ ਵਿਚਾਰੇ ਤੇ ਤਾਂ ਕਰਤੇ, ਫਿਰ ਇਹ ਕਿਉਂ, ਇਹਨਾਂ ਲਈ ਕਿਉਂ ਮਾਪਦੰਡ ਹੋਰ ਨੇ? ਇਸ ਲਈ ਮੈਂ ਬੜਾ ਕਲੀਅਰ ਆ ਕਿ ਜਿਹੜਾ ਇੱਕ ਪਾਸੇ ਤਾਂ ਕਹਿੰਦੇ ਆ ਪੰਨੂ ਦੀ ਸ਼ਕਲ ਵੇਖੀ ਹੈ, ਕੈਪਟਨ ਅਮਰਿੰਦਰ ਸਿੰਘ ਦੀ ਇੱਕ ਵੀਡੀਓ ਹੈ, ਆ ਪੰਨੂ ਦੀ ਸ਼ਕਲ ਵੇਖੀ ਹੈ, ਦਿਸ ਜੌਨੀ ਆਈ ਵਿਲ ਫਿਕਸ, ਉਹ ਜੌਨੀ ਤਾਂ ਆ ਕੇ ਤੁਹਾਨੂੰ ਫਿਕਸ ਕਰਕੇ ਆਇਆ ਇੱਕ ਦਿਨ ਪਹਿਲਾਂ। ਇਸ ਲਈ ਭਾਵੇਂ ਪੰਨੂ ਨੂੰ ਮੈਂ ਕਹਿੰਦਾ ਸਖਤ ਕਾਰਵਾਈ ਹੋਣੀ ਚਾਹੀਦੀ, ਕੋਈ ਵੀ ਪੰਜਾਬ ਦਾ, ਦੇਸ਼ ਦਾ ਮਾਹੌਲ ਖਰਾਬ ਕਰੇ, ਮਗਰ ਤੁਸੀਂ ਜਦ ਇਨਕੈਪੇਬਲ ਬੰਦੇ ਲਾ ਦਿਓਗੇ, ਇਨਕੰਪੀਟੈਂਟ ਬੰਦੇ ਲਾ ਦਿਓਗੇ ਤੇ ਹਾਲਾਤ ਫਿਰ ਇਹੀ ਕੁਝ ਬਣਨੇ ਆ। ਇਹ ਹੋਰ ਕਿੱਥੇ ਨਹੀਂ ਹੋਇਆ। ਮੈਨੂੰ ਤਾਂ ਲੱਗਦਾ ਕੋਈ ਹੋਰ ਹੀ ਨਾ ਇਹਨਾਂ ਦੀ ਸਾਜ਼ਿਸ਼ ਹੋਵੇ ਕਿ ਹਿੰਦੂ ਸਿੱਖ ਭਾਈਚਾਰੇ ਨੂੰ ਡਰਾ ਲਓ, ਇਹਨਾਂ ਨੂੰ ਐਂ ਲੱਗੇ ਕਿ ਪਤਾ ਨਹੀਂ ਕਪਤਾਨ ਨਹੀਂ ਇਹਨਾਂ ਦਾ ਧਿਆਨ ਕਰ ਸਕਦਾ, ਹੋਰ ਨਹੀਂ ਕਰ ਸਕਦਾ। ਉੱਥੇ ਕਿਉਂ ਹੋਇਆ? ਕਿਉਂਕਿ ਉਸ ਐਸਐਸਪੀ ਨੂੰ ਮੋਰ ਆਫ ਅ ਕਾਂਗਰਸਮੈਨ ਗਿਣਿਆ ਜਾਂਦਾ, ਲੈਸ ਆਫ ਅ ਐਸਐਸਪੀ ਗਿਣਿਆ ਜਾਂਦਾ। ਉਹ ਜਦੋਂ ਆ ਕਾਂਗਰਸ ਐਮਐਲਏ ਦੀ ਗੱਲ ਕਰ ਰਹੇ ਸੀ ਨਪਿੰਦਰ ਜੀ, ਉੱਥੇ ਕਾਂਗਰਸ ਦੇ ਐਮਐਲਏ ਜਾ ਕੇ ਕਹਿੰਦੇ ਸਾਡੀ ਸੁਣਦਾ ਨਹੀਂ, ਕਹਿੰਦਾ ਮੈਂ ਇਹਨਾਂ ਦੀ ਕੀ ਸੁਣਾ, ਮੈਂ ਇਹਨਾਂ ਤੋਂ ਸੀਨੀਅਰ ਕਾਂਗਰਸਮੈਨ, ਮੈਂ ਇਹਨਾਂ ਤੋਂ ਵੱਡਾ ਕਾਂਗਰਸੀ ਹਾਂ, ਪੁਰਾਣਾ ਕਾਂਗਰਸੀ ਹਾਂ। ਉਹ ਤਾਂ ਇੱਕ ਆਪ ਹੀ ਕਲੇਮ ਕਰਦਾ। ਉਸ ਕਾਂਗਰਸੀ ਦੇ ਹਿੱਕ ਤੇ ਦਾ ਜਾ ਕੇ ਉਹਨਾਂ ਨੇ ਸਾਡੇ ਤਿਰੰਗੇ ਦਾ, ਝੰਡੇ ਦਾ ਅਪਮਾਨ ਕਰਤਾ ਤੇ ਇਹਨਾਂ ਦਾ ਕਾਂਗਰਸੀ ਸੁੱਤਾ ਪਿਆ, ਹੁਣ ਉਹਨੂੰ ਵੀ ਕਲੀਨ ਚਿਟ ਦੇਣਗੇ। ਮੈਂ ਇਸੇ ਗੱਲ ਦਾ ਫਿਕਰ ਕਰ ਰਿਹਾ ਕਿ ਕੀ ਕਰ ਕੀ ਰਹੇ ਆ। ਜੇ ਕੋਈ ਗਲਤੀ ਕਰਦਾ, ਤੁਹਾਡੇ ਕੋਲ ਆ ਮਨਦੀਪ ਸਿੱਧੂ ਵਰਗੇ ਕਾਬਲ ਅਫਸਰ ਸੀ, ਜਦੋਂ ਕੁਝ ਕਰਨ ਲੱਗੇ ਉਹਨਾਂ ਨੇ ਫੜੀ ਸੀ ਨਾ ਰਾਜਪੁਰੇ ਦੀ ਫੈਕਟਰੀ, ਅਮਰੀਕ ਸਿੰਘ ਨੂੰ ਉਹਨਾਂ ਨੇ ਫੜਿਆ ਸੀ, ਉਸ ਦਿਨ ਦਾ ਰੌਲਾ ਪੈ ਗਿਆ। ਜਲਾਲਪੁਰੇ ਤੇ ਕੰਬੋਜ ਐਮਐਲਏ ਦੋਵੇਂ ਦੇ ਦੁਆਲੇ ਹੋ ਗਏ, ਉਹਨੂੰ ਬਦਲਾਤਾ ਵਿਚਾਰੇ ਨੂੰ। ਕਈ ਕਾਬਲ ਅਫਸਰ ਪਾਸੇ ਕਰਤੇ ਆ, ਜਿਹੜੇ ਯੈਸਮੈਨ ਨੇ, ਜਿਨ੍ਹਾਂ ਨੂੰ ਕਾਨੂੰਨ ਨਾਲ ਕੁਝ ਨਹੀਂ, ਸਿਰਫ ਕਾਂਗਰਸ ਦੇ ਹੁਕਮਰਾਨ ਨੂੰ ਖੁਸ਼ ਰੱਖਣਾ, ਚਾਰ ਬੰਦਿਆਂ ਦੀ ਜੇਬ ਗਰਮ ਕਰਨੀ, ਉਹ ਲੱਗ ਗਏ ਆ। ਕਈ ਇਹ ਜੇ ਇਨਕੈਪੇਬਲ ਬੰਦੇ ਲੱਗ ਗਏ। ਮੀਡੀਆ ਸਾਹਿਬ, ਪਰ ਸਰਕਾਰ ਕਹਿੰਦੀ ਕਿ ਅਸੀਂ ਦੇਖੋ ਕਾਰਵਾਈ ਵੀ ਕਰ ਰਹੇ ਹਾਂ, ਡੇਰਾਬੱਸੀ ਕਹਿੰਦੇ ਫੈਕਟਰੀ ਫੜ ਲਈ, ਹੋਰ ਬੜੇ ਫੜ ਲਈਆਂ। ਵੈਰੀ ਗੁੱਡ, ਵੈਰੀ ਗੁੱਡ। ਆ ਨਪਿੰਦਰ ਜੀ, ਜਿਸ ਦਿਨ ਡੇਰਾਬੱਸੀ ਦੀ ਫੈਕਟਰੀ ਫੜੀ ਨਾ, ਉਸ ਦਿਨ ਤਾਂ ਸਾਰੀ ਪ੍ਰੈਸ ਨੂੰ ਇਨਫਾਰਮ ਕੀਤਾ ਸੀ ਕਿ ਆ ਜਿਓ, ਕਿ ਕਿਤੇ ਇਹੀ ਪਹਿਲਾਂ ਇਨਫਾਰਮ ਕੀਤਾ ਹੁੰਦਾ ਤੇ 100 ਬੰਦਾ ਤਰਨਤਾਰਨ ਨਾ ਮਰਦਾ, 200 ਸਾਰੇ ਪੰਜਾਬ 'ਚ ਨਾ ਮਰਦਾ। ਆਹੀ ਤਾਂ ਰੌਲਾ ਕਿ ਤੁਹਾਨੂੰ ਪਤਾ ਸੀ ਡੀਜੀਪੀ ਰੋਜ਼ ਤੇ ਰੋਜ਼ ਪ੍ਰੈਸ ਨੋਟ ਕੱਢਦਾ ਸੀ, ਅੱਜ ਇੰਨੇ ਲੱਖ ਫੜ ਲਈ, ਅੱਜ ਇੰਨੇ ਲੱਖ ਲੀਟਰ ਫੜ ਲਈ, ਤੇ ਪਹਿਲਾਂ ਫਿਰ ਰਲੇ ਸੀ ਜਾਂ ਸੁੱਤੇ ਸੀ? ਇਹ ਤਾਂ ਇਹੀ ਦੱਸ ਸਕਦੇ। ਹੁਣ ਇਹ ਤਾਂ ਜੇ ਇੰਡੀਪੈਂਡੈਂਟ ਜਾਂਚ ਹੋਊਗੀ ਤਾਂ ਪਤਾ ਲੱਗੂਗਾ ਕਿ ਰਲੇ ਸੀ ਕਿ ਸੁੱਤੇ ਸੀ। ਇਹਨਾਂ ਨੇ ਤਾਂ ਕਹਿਣਾ ਸੀ ਬਹੁਤ ਚੁੱਕਣੇ, ਉੱਥੋਂ ਤਾਂ ਪਾਕਿਸਤਾਨ ਤੋਂ ਬਾਰਡਰ ਪਾਰ ਤੋਂ ਕਬੂਤਰ ਵੀ ਆਵੇ ਨਾ ਉਹਨੂੰ ਫੜ ਲੈਂਦੇ ਆ, ਮਗਰ ਆਪਣੇ ਬਾਰਡਰ 'ਚ ਪਤਾ ਨਹੀਂ ਇਹਨਾਂ ਨੂੰ ਕਿਹੜਾ ਬੁਖਾਰ ਚੜ ਜਾਂਦਾ, ਇਹਨੂੰ ਲੱਭਦਾ ਕੱਖ ਨਹੀਂ। ਔਰ ਹੁਣ ਤੁਹਾਨੂੰ ਲਈ ਫਿਰਦੇ ਆ, ਤੁਹਾਨੂੰ ਪਹਿਲਾਂ ਹੀ ਦੱਸ ਦੇਣਗੇ ਹੁਣ ਅਸੀਂ ਡੇਰਾਬੱਸੀ ਚੱਲੇ, ਉੱਥੇ 30,000 ਲੀਟਰ ਪਤਾ ਤਾਂ ਤੁਹਾਨੂੰ ਪਹਿਲਾਂ ਦਾ ਸੀ, ਫੜਨ ਕਿਉਂ ਨਹੀਂ ਗਏ? ਇਹੀ ਤਾਂ ਮਿਲੀ ਭੁਗਤਾ ਮੈਂ ਰੌਲਾ ਪਾ ਰਿਹਾ। ਹਰ ਪਿੰਡ 'ਚ ਜੀਓਜੀ ਲਾਇਆ, ਹਰ ਪਿੰਡ 'ਚ ਡੀਜੀਪੀ ਸਾਹਿਬ ਦਾ ਇੱਕ ਪ੍ਰੈਸ ਨੋਟ ਹੈ ਕਿ ਮੈਂ ਪੁਲਿਸ ਵਾਲਾ ਲਾਇਆ। ਉਹ ਕੀ ਕਰ ਰਹੇ ਸੀ? ਅੱਜ 100 ਬੰਦਾ ਮਰ ਗਿਆ ਤਾਂ ਮਜਬੂਰ ਹੋ ਗਏ ਬੋਲਣ ਨੂੰ, ਨਹੀਂ ਤਾਂ ਇਹ ਕੰਮ ਚੱਲ ਰਿਹਾ। 5600 ਕਰੋੜ ਦਾ ਲਾਸ। ਚੀਫ ਸੈਕਟਰੀ ਨੇ ਕੈਬਨਿਟ 'ਚ ਰੌਲਾ ਪਾਇਆ ਸੀ ਕਿ ਨਹੀਂ ਪਾਇਆ ਸੀ? ਚੀਫ ਸੈਕਟਰੀ ਨੂੰ ਡਰਾਇਆ ਗਿਆ। ਕਈ ਐਮਐਲਏ ਨੇ 600 ਕਰੋੜ ਦੇ ਉੱਤੇ ਇਲਜ਼ਾਮ ਲਾਏ। ਫਿਰ ਕੀ ਹੋਇਆ ਜੀ? ਉਹਨੂੰ ਅੱਜ ਕਿਉਂ ਲਾਤਾ? ਪਾਣੀਆਂ ਦਾ ਰਾਖੇ ਲਈ ਕਿਉਂ ਲਾਤਾ ਉਹਨੂੰ? ਐਡਾ ਕਾਬਿਲ ਥਾਂ ਤੇ ਉਹਨੂੰ ਲਾਤਾ ਹੈ, ਮਤਲਬ ਉਹ ਸਹੀ ਸੀ, ਇਸ ਲਈ ਲਾਇਆ ਨਾ। ਔਰ ਇਹ ਝੂਠ ਬੋਲਦੇ ਸੀ, ਔਰ ਉਹ ਝੂਠ ਸਾਹਮਣੇ ਆ ਗਿਆ ਕਿ ਐਕਸਾਈਜ਼ ਲਾਸ ਵੀ ਹੋ ਗਿਆ, ਲੋਕਾਂ ਦਾ ਵੀ ਨੁਕਸਾਨ ਹੋ ਗਿਆ।
ਇਸ ਲਈ ਮੈਂ ਬਾਰ-ਬਾਰ ਕੈਪਟਨ ਸਾਹਿਬ ਨੂੰ ਬੇਨਤੀ ਕਰਦਾ ਹਾਂ, ਡੋਨਟ ਡਿਫੈਂਡ ਦ ਇਨਡਿਫੈਂਸਿਬਲ। ਇਹ ਜਿਹੜੇ ਐਸਐਸਪੀ ਦੇ ਮਗਰ ਤੁਸੀਂ ਆ ਖਲੋਤੇ ਹੋ, ਔਰ ਵੇਖੋ ਹੁਣ ਦੁੱਧ ਦੀ ਰਾਖੀ ਕਰਨੀ ਆ। ਗੁੱਸਾ ਨਾ ਕਰ ਜਾਣ ਕਿਤੇ ਚੀਫ ਸੈਕਟਰੀ ਸਾਹਿਬ, ਡੀਜੀਪੀ ਸਾਹਿਬ, ਮੈਂ ਤਾਂ ਪੰਜਾਬੀ ਭਾਸ਼ਾ 'ਚ ਮੋਟੀ ਜੀ ਗੱਲ ਕਰਨ ਲੱਗਿਆ। ਤੇ ਦੁੱਧ ਦੀ ਰਾਖੀ ਤੇ ਜੇ ਬਿੱਲੇ ਨੂੰ ਬਿਠਾ ਦਿਓ ਤਾਂ ਫਿਰ ਕਿਹੜੀ ਰਾਖੀ ਹੋਣੀ? ਹੁਣ ਮੈਨੂੰ ਤਾਂ ਨਹੀਂ ਸਮਝ ਆਉਂਦੀ। ਕਈ ਹੱਸ ਪਏ ਮੇਰੇ ਵੀਰ, ਮੈਂ ਇਹਨਾਂ ਨੂੰ ਨਹੀਂ ਕਹਿੰਦਾ, ਮੈਂ ਪਹਿਲਾਂ ਤੁਹਾਨੂੰ ਕਲੈਰੀਫਾਈ ਕਰਦਾ, ਮੈਂ ਇਹਨਾਂ ਦੋਵਾਂ ਨੂੰ ਨਹੀਂ ਕਹਿੰਦਾ। ਮਗਰ ਗੱਲ ਕੀ ਹੈ, ਇਹ ਚੈਕਸ ਐਂਡ ਬੈਲੈਂਸ ਹੁੰਦਾ ਬਿਊਰੋਕ੍ਰੇਸੀ ਤੇ ਪੁਲਿਸ ਦਾ। ਤੇ ਜਦ ਹੁਣ ਬੀਬੀ ਜੀ ਨੇ ਰਾਤ ਨੂੰ ਕਹਿ ਦੇਣਾ ਧਿਆਨ ਰੱਖੀ, ਮੇਰੇ ਕੋਲ ਖਬਰ ਆਈ ਹੈ ਪੁਲਿਸ ਦੀ, ਤੇ ਸਾਹਿਬ ਜੀ ਨੇ ਉਧਰ ਕਹਿ ਦੇਣਾ ਬੀਬੀ ਜੀ ਨੂੰ ਤੂੰ ਧਿਆਨ ਰੱਖੀ, ਜੇ ਪੁਲਿਸ ਦੀ ਕੋਈ ਖਬਰ ਆਈ ਤੇ ਫਿਰ ਤਾਂ ਲੱਗ ਗਿਆ ਨਾ ਆਟੋ ਪਾਇਲਟ ਤੇ ਕੰਮ, ਫਿਰ ਤਾਂ ਰੱਬ ਰਾਖਾ, ਇਹਦਾ ਤਾਂ ਰੌਲਾ ਪਿਆ ਫਿਰਦਾ। ਇਹ ਤਵੇ ਦਾ ਕੁਝ ਹੋ ਰਿਹਾ। ਜੇ ਪੁਲਿਸ ਦੇਖੋ ਇੱਕ ਦੂਜੇ ਦਾ ਦੇ ਦੋ ਵੱਖਰੇ ਘਰ ਹੁੰਦੇ ਤੇ ਕੋਈ ਜਾ ਕੇ ਸੀਐਮ ਕੋਲ ਚੁਗਲੀ ਮਾਰਦਾ ਕਿ ਸੀਐਮ ਸਾਹਿਬ ਉਹ ਦੇਖਿਓ ਡੀਜੀਪੀ ਨੇ ਬੇੜਾ ਗਰਕ ਕਰ ਦੇਣਾ, ਤੇ ਜੇ ਸੀਐਸ ਦੀ ਕਮੀ ਪੇਸ਼ੀ ਹੁੰਦੇ ਜਾ ਕੇ ਕਹਿੰਦਾ ਵੇਖਿਓ ਜੀ ਚੀਫ ਸੈਕਟਰੀ ਦੇ ਅਫਸਰਾਂ ਨੇ ਇਤਨਾ ਕਰ ਦੇਣਾ, ਹੁਣ ਕਰੂ ਕੌਣ? ਜਾਣਾ ਤਾਂ ਸਾਰਿਆਂ ਨੇ ਹੈ। ਉਹ ਸਾਡਾ ਅੰਡਰਸਟੈਂਡਿੰਗ ਨਾਲ ਜ਼ਿਆਦਾ ਵਧੀਆ ਕੰਮ ਹੋਵੇ। ਉਹ ਭਰਾ ਤਦੇ ਪੰਜਾਬ ਦਾ ਨੁਕਸਾਨ ਹੋ ਰਿਹਾ। ਮੈਂ ਕਹਿੰਦਾ ਏਡੇ ਚੰਗੇ ਨੇ, ਏਡੇ ਕੇਪੇਬਲ ਨੇ, ਤੁਸੀਂ ਦਿੱਲੀ ਭੇਜ ਦਿਓ ਇੱਕ ਨੂੰ, ਮਗਰ ਕੋਈ ਚੈੱਕ ਐਂਡ ਬੈਲੈਂਸ ਤਾਂ ਬਣਿਆ ਰਵੇ ਨਾ। ਹੁਣ ਤੇਰਾ ਮੇਰਾ ਵੀ ਗੁੱਸਾ ਨਾ ਕਰਿਆ, ਹੁਣ ਆਪਣੀ ਘਰ ਦੀ ਕੀ ਕਹੇ ਤੂੰ? ਜੇ ਬਰਾੜ ਸਾਹਿਬ ਨੇ ਕਹੇ ਤਾਂ ਕਿ ਇਹ ਕੰਮ ਠੀਕ ਹੈ, ਉਹਨੇ ਕਹਿਣਾ ਗੁੱਡ, ਜੇ ਕਹੇ ਤਾਂ ਬੈਡ ਹੈ ਤੇ ਬੈਡ ਹੈ। ਹੁਣ ਕੀ ਇੱਥੇ ਚੈੱਕ ਐਂਡ ਬੈਲੈਂਸ ਵਾਲਾ ਸਿਸਟਮ ਹੀ ਤੈਸ਼ ਨੈਸ਼ ਕਰਤਾ। ਮੈਂ ਕਹਿੰਦਾ ਬੜੇ ਚੰਗੇ ਅਫਸਰ ਨੇ, ਤੁਸੀਂ ਇੱਕ ਨੂੰ ਹੋਰ ਦੇ ਦਿਓ, ਇੱਕ ਨੂੰ ਹੋਰ ਦਿਓ, ਐਟਲੀਸਟ ਚੈੱਕ ਐਂਡ ਬੈਲੈਂਸ ਵਾਲਾ ਸਿਸਟਮ ਤਾਂ ਚੱਲਦਾ ਰਹੇ। ਪੁਰਾਣੇ ਸੀਐਮ ਇਸ ਗੱਲ ਦਾ ਬੜਾ ਧਿਆਨ ਰੱਖਦੇ ਸੀ, ਔਰ ਇਹੀ ਕਾਰਨ ਬਣ ਰਿਹਾ ਅੱਜ ਕਿ ਇੰਟੈਲੀਜੈਂਸ ਫੇਲਿਅਰ ਹੋ ਰਿਹਾ, ਹਰ ਤਰੀਕੇ ਦਾ ਫੇਲਿਅਰ ਹੋ ਰਿਹਾ। ਵੀਡੀਓ ਸਾਹਿਬ ਜਾਂਦੇ ਜਾਂਦੇ ਕੈਪਟਨ ਸਾਹਿਬ ਦੀ ਇੱਕ ਤਾਰੀਫ ਕਰ ਦਿਓ, ਸਮਾਰਟਫੋਨ ਵੰਡੇ ਉਹਨਾਂ ਨੇ, ਤੁਹਾਨੂੰ ਮੈਨੂੰ ਲੱਗਦਾ ਕਿ ਦੇਖੋ ਮੈਂ ਤਾਂ ਸਮਾਰਟਫੋਨ ਉਦੋਂ ਸਮਝੂ ਜੇ ਉਹ ਫੋਨ ਕਪਤਾਨ ਸਾਹਿਬ ਆਪ ਚੁੱਕਣਗੇ। ਨੂਰ ਦਾ ਤਾਂ ਚੱਕ ਲੈਂਦੇ ਆ, ਪੰਜਾਬ ਦਾ ਕੋਈ ਗਰੀਬ ਕਰੇ ਜਾਂ ਕਿਸਾਨ ਕਰੇ ਉਹਦਾ ਤਾਂ ਚੁੱਕਦੇ ਨਹੀਂ। ਇਹ ਮੈਂ ਕਹਿੰਦਾ ਸਾਰੇ ਮਿਨਿਸਟਰਾਂ ਨੂੰ ਵੀ ਦੇ ਦਿਓ ਕਿ ਇਹ ਲੋਕਾਂ ਦੀ ਆਵਾਜ਼ ਸੁਣਨ। ਤੁਸੀਂ ਸਾਰਾ ਕਰਜ਼ਾ ਮਾਫ ਕਰਨ ਦੀ ਗੱਲ ਕਹੀ ਸੀ, ਉਹ ਤਾਂ ਕੀਤਾ ਨਹੀਂ, ਕਿਸਾਨ ਖੁਦਕੁਸ਼ੀ ਰੁਕਦੀ ਨਹੀਂ। ਸਮਾਰਟਫੋਨ ਤੁਸੀਂ ਕਿਹਾ ਸੀ ਸਾਰੇ ਨੌਜਵਾਨਾਂ ਨੂੰ ਦਵਾਂਗੇ, ਉਹ ਸਾਰਿਆਂ 'ਚ ਪਤਾ 60% ਆਬਾਦੀ ਆਪਣੀ ਆਉਂਦੀ ਹੈ ਅੰਡਰ 35 ਤੇ ਕਰੋੜ ਨੌਜਵਾਨ ਬਣਦਾ ਜੀ ਤੋਂ ਫਾਰਮ ਭਰਾਇਆ, ਤੇ ਦੇ ਕਿੰਨਿਆਂ ਨੂੰ ਰਿਹਾ 4 ਸਾਲ ਬਾਅਦ 1 ਲੱਖ ਨੂੰ 87,000 ਪਤਾ ਨਹੀਂ ਕਿੰਨੇ, ਤੇ ਬਾਕੀਆਂ ਦਾ ਕੀ ਗੁਨਾਹ? ਰਾਜਾ ਵੜਿੰਗ ਕਹਿੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਤੇ ਸਿਮਰਤ ਕੌਰ ਬਾਦਲ ਨੂੰ ਵੀ ਫੋਨ ਦੇ ਦਿਓ ਤਾਂ ਕਿ ਪ੍ਰਧਾਨ ਮੰਤਰੀ ਮੋਦੀ ਦੇ ਕੋਲੋਂ ਪੰਜਾਬ ਦੇ ਮੁੱਦੇ ਚੱਕ ਸਕਣ। ਨਹੀਂ ਚਲੋ ਮੈਂ ਤਾਂ ਚਾਹੁੰਦਾ ਕਿ ਰਾਜੇ ਵੜਿੰਗ ਨੂੰ ਵੀ ਦੇ ਦਿਓ, ਕਿ ਕਪਤਾਨ ਨੂੰ ਦੇ ਦੇਣ ਜਾਂ ਇਹਨਾਂ ਦੇ ਵਜ਼ੀਰਾਂ ਨੂੰ ਦੇ ਦੇਣ। ਰਾਜੇ ਵੜਿੰਗ ਦਾ ਫੋਨ ਤਾਂ ਚੁੱਕੇ ਕੋਈ, ਉਹਦਾ ਵਿਚਾਰਾ ਚੀਕਾਂ ਹੀ ਮਾਰਦਾ ਫਿਰਦਾ। ਨਹੀਂ ਤਾਂ ਨਹੀਂ ਤਾਂ ਇਹਨਾਂ ਦੇ ਕਾਂਗਰਸ ਦੇ ਜਿਵੇਂ ਬਾਜਵਾ ਜੀ ਨੇ ਨਾਂ ਰੱਖਿਆ ਉਹਨੂੰ ਹੀ ਦੇ ਦਿਓ, ਤੋਤੇ ਨੂੰ, ਕਾਂਗਰਸ ਦੇ। ਉਹ ਪਤਾ ਨਹੀਂ ਹੈ ਕਿਹੜੀ ਵੈਰਾਈਟੀ ਦਾ, ਇਹ ਨਹੀਂ ਦੱਸਿਆ ਬਾਜਵਾ ਜੀ ਨੇ, ਹੈ ਕਿੱਥੋਂ ਲਿਆਇਆ। ਮਜੀਠੀਆ ਸਾਹਿਬ ਇੱਕ ਮੁੰਡੇ ਕੱਲੂ ਵਾਲੀ ਹੋਰਾਂ ਦੀ ਰਿਪੋਰਟ ਆਈ ਹੈ ਜਿਹੜੀ, ਉਸ ਰਿਪੋਰਟ ਨੂੰ ਲੈ ਕੇ ਕੀ ਕਹੋਗੇ? ਕਿਉਂਕਿ ਜਿਹੜੇ ਦੂਜੇ ਸਰਕਾਰੀ ਥਰਮਲ ਪਲਾਂਟ ਨੇ ਰੋਪੜ ਜਾਂ ਲਹਿਰਾ ਮੁਹੱਬਤ ਆ, ਉਹਨੂੰ ਵੀ ਕਹਿੰਦੇ ਆ ਕਿ ਜਿਹੜਾ ਹੈਗਾ ਬੰਦ ਕਰ ਦਿਓ, ਨਿੱਜੀਕਰਨ ਕਰ ਦਿਓ, ਬਿਜਲੀ ਨੂੰ ਪ੍ਰਾਈਵੇਟ ਕਰ ਦਿਓ। ਕਿਸਾਨਾਂ ਦੀ ਜਿਹੜੀ ਖੇਤੀ ਵਾਲੀ ਸਬਸਿਡੀ ਉਹ ਤਾਂ ਕਹਿੰਦੇ ਸਭ ਤੋਂ ਵੱਡੀ ਸਮੱਸਿਆ ਪੰਜਾਬ ਦੇ ਲਈ। ਹੋਰ ਕਈ ਤਰ੍ਹਾਂ ਦੇ ਫੈਸਲੇ ਨੇ। ਦੇਖੋ ਨਪਿੰਦਰ ਜੀ, ਮੈਂ ਨਾ ਰਿਪੋਰਟ ਅਸਲ 'ਚ ਮੈਂ ਅੰਮ੍ਰਿਤਸਰ ਰਿਹਾ, ਚੰਗੀ ਤਰ੍ਹਾਂ ਪੜ੍ਹੀ ਨਹੀਂ, ਮੈਂ ਪੜ੍ਹ ਕੇ ਜਵਾਬ ਦੇ ਸਕੂੰਗਾ। ਮਗਰ ਇੱਕ ਗੱਲ ਹੈ, ਉਸ ਰਿਪੋਰਟ 'ਚ ਫਾਈਨੈਂਸ ਮਿਨਿਸਟਰ ਜਿਹੜੇ ਕਾਂਗਰਸ ਦੇ ਆ ਉਹਨਾਂ ਦੀ ਝਲਕ ਬੜੀ ਦਿਸਦੀ ਹੈ। ਡਾਇਰੈਕਟ ਸਬਸਿਡੀ ਜਿਹੜਾ ਆਲਰੇਡੀ ਕਈ ਜਗ੍ਹਾ 'ਚ ਇਹਨਾਂ ਨੇ ਕੋ ਪ੍ਰੋਗਰਾਮ ਚਲਾਇਆ ਵੀ ਹੈ, ਪਾਇਲਟ ਪ੍ਰੋਗਰਾਮ, ਇਹ ਆਪ ਚਾਹੁੰਦੇ ਆ ਕਈ ਚੀਜ਼ਾਂ ਇਹੋ ਜਿਹੀਆਂ। ਔਰ ਜਿਸ ਤਰੀਕੇ ਨਾਲ ਇਹਨਾਂ ਨੇ ਜੋ ਵਾਅਦੇ ਕੀਤੇ ਸਨ, ਅੱਜ ਮੈਂ ਇੰਡਸਟਰੀ ਦੇ ਕੁਝ ਲੋਕਾਂ ਨੂੰ ਖੰਨੇ ਮਿਲਦਾ ਆਇਆ, ਉਹਨਾਂ ਨਾਲ ਜਿਹੜੇ ਵਾਅਦੇ ਕੀਤੇ ਸੀ ਫਿਕਸ ਚਾਰजेस ਅਸੀਂ ਨਹੀਂ ਲਵਾਂਗੇ, ਆ ਲਾਕਡਾਊਨ ਪੀਰੀਅਡ 'ਚ ਉਹ ਵੀ ਲਾਤੇ, ਰੇਟ ਵੀ ਵਧਾਤਾ। ਇਸ ਲਈ ਜੋ ਇਹ ਕਹਿ ਰਹੇ ਔਰ ਜੋ ਕਰ ਰਹੇ ਆ, ਕਰਨੀ ਤੇ ਕਤਨੀ 'ਚ ਬੜਾ ਅੰਤਰ ਹੈ। ਇਸ ਲਈ ਉਹ ਰਿਪੋਰਟ ਪੜਨ ਤੋਂ ਬਾਅਦ ਮੈਂ ਅਸਲ ਸਹੀ ਤਰੀਕੇ ਦੀ ਉੱਤੇ ਟਿੱਪਣੀ ਦੇਣਾ ਚਾਹੂੰਗਾ, ਪੂਰੀ ਪੜ੍ਹਨੀ। ਪਰ ਕਿਸਾਨਾਂ ਦੀ ਜਿਹੜੀ ਬਿਜਲੀ ਸਬਸਿਡੀ ਉਹ ਆਲੂ ਵਾਲੀਆ ਸਾਹਿਬ ਨੂੰ ਖੱਟ ਕੀ ਆ ਜਾਂ ਸਰਕਾਰ ਨੂੰ ਖੱਟ ਰਹੀ ਆ? ਨਹੀਂ, ਇਹ ਦੇਖੋ ਆਲੂ ਵਾਲੀਆ ਸਾਹਿਬ ਦੀ ਚੋਣ ਕਿਹਨੇ ਕੀਤੀ? ਕਾਂਗਰਸ ਨੇ। ਕਾਂਗਰਸ ਦੀ ਵਿਚਾਰਧਾਰਾ ਆਲੂ ਵਾਲੀਆ ਸਾਹਿਬ ਦੇ ਜਰੀਏ ਲਿਆਉਣਾ ਚਾਹੁੰਦੇ, ਸੋਚ ਤਾਂ ਕਾਂਗਰਸ ਦੀ ਹੈ, ਕਿਸੇ ਹੋਰ ਦੀ ਨਹੀਂ ਹੈ। ਔਰ ਮੈਂ ਤੁਹਾਨੂੰ ਅਖੀਰ 'ਚ ਬਾਰ-ਬਾਰ ਦੱਸਦਾ, ਮੈਂ ਕਿਸੇ ਵਿਅਕਤੀ ਵਿਸ਼ੇਸ਼ ਦੇ
ਜਾਂ ਕਿਸੇ ਅਫਸਰ ਦੇ ਖਿਲਾਫ ਨਹੀਂ। ਜਿਸ ਤਰੀਕੇ ਨਾਲ ਸਿਸਟਮ ਦਾ ਤੈਸ਼-ਨੈਸ਼ ਹੋ ਰਿਹਾ ਹੈ ਔਰ ਗਲਤ ਅਫਸਰਾਂ ਦੇ ਪਿੱਛੇ ਸਰਕਾਰ ਆ ਕੇ ਖਲੋ ਰਹੀ ਹੈ, ਜਦ ਕਿ ਆਪੋਜੀਸ਼ਨ, ਸਾਡਾ ਕੀ ਮਸਲਾ ਯਾਰ, ਅਸੀਂ ਤਾਂ ਜੋ ਹਾਲਾਤ ਬਣੇ ਆ, ਜੇ ਲੋਕ ਨਾ ਮਰਦੇ, 5600 ਕਰੋੜ ਦਾ ਲਾਸ ਨਾ ਹੁੰਦਾ, ਰੈਵਨਿਊ ਵੱਧਦਾ, ਕੰਮ ਸਹੀ ਹੁੰਦਾ, ਅਸੀਂ ਵੀ ਕੈਪਟਨ ਸਾਹਿਬ ਦਾ ਵਧੀਆ ਕੰਮ ਹੀ ਕਹਿਣਾ ਸੀ। ਮਗਰ ਜੇ ਕਿਤੇ ਕਮੀ ਪੇਸ਼ੀ ਆਈ ਹੈ, ਆਬਵੀਅਸਲੀ ਆਈ ਹੈਵ ਟੂ ਹਾਈਲਾਈਟ ਇਟ, ਔਰ ਉਸ ਹਾਈਲਾਈਟ ਨੂੰ ਤੁਸੀਂ ਡਿਫੈਂਡ ਕਰਨ ਲੱਗ ਜਾਓ ਵਿਦਆਊਟ ਐਨ ਇੰਡੀਪੈਂਡੈਂਟ ਪ੍ਰੂਫ। ਇਹੀ ਪ੍ਰੋਬਲਮ ਤਾਂ ਕਾਂਗਰਸ ਦੇ ਐਮਪੀਆਂ ਨੂੰ ਹੋ ਰਹੀ ਹੈ, ਉਹ ਮੈਨੂੰ ਹੋ ਰਹੀ ਹੈ, ਉਹ ਸਾਰੇ ਲੋਕਾਂ ਨੂੰ ਹੋ ਰਹੀ ਹੈ ਪੰਜਾਬ ਦੇ। ਠੀਕ ਹੈ ਜੀ, ਥੈਂਕ ਯੂ, ਥੈਂਕ ਯੂ, ਥੈਂਕ ਯੂ।